मेरा मुर्शिद प्यारा आया। कि इंसान ਨੂੰ ਜੀਵਨ 'ਚ ਗੁਰੂ ਦੀ ਜ਼ਰੂਰਤ ਹੁੰਦੀ ਹੈ, ਪਰ ਇਨਸਾਨ ਨੂੰ ਕਿਸ ਨੂੰ ਗੁਰੂ ਬਣਾਉਣਾ ਚਾਹੀਦਾ ਹੈ? ਕੈਸਾ ਗੁਰੂ ਇਨਸਾਨ ਦਾ ਹੋਣਾ ਚਾਹੀਦਾ ਹੈ ਕਿ ਜਿਸ ਨੂੰ ਵੇਦਾਂ ਦਾ ਗਿਆਨ ਹੋਵੇ, ਸ਼ਾਸਤਰਾਂ ਦਾ ਗਿਆਨ ਹੋਵੇ ਜਾਂ ਗੀਤਾ ਦਾ ਗਿਆਨ ਹੋਵੇ। ਕਿਉਂਕਿ ਦੁਨੀਆ ਦੇ ਉੱਤੇ ਬਹੁਤ ਧਾਰਮਿਕ ਸ਼ਾਸਤਰ ਹੈ, ਬਹੁਤ ਧਾਰਮਿਕ ਪਵਿੱਤਰ ਗ੍ਰੰਥ ਹੈ। ਤਾਂ ਕਈ ਵਾਰ ਇਨਸਾਨ ਦੀ ਸੋਚ ਹੁੰਦੀ ਹੈ ਕਿ ਮੈਂ ਕਿਸ ਨੂੰ ਗੁਰੂ ਬਣਾਵਾਂ, ਕਿ ਜਿਸ ਨੂੰ ਇਸ ਗ੍ਰੰਥ ਦਾ ਗਿਆਨ ਹੋਵੇ ਜਾਂ ਜਿਸ ਨੂੰ ਇਸ ਚੀਜ਼ ਦਾ ਗਿਆਨ ਹੋਵੇ, ਇਸ ਚੀਜ਼ ਦੀ ਸਮਝ ਹੋਵੇ। ਇੱਦਾਂ ਦੀ ਸੋਚ ਲੈ ਕੇ ਜਦੋਂ ਉਹ ਪ੍ਰੇਮੀ ਕਬੀਰ ਸਾਹਿਬ ਕੋ ਪਹੁੰਚਿਆ ਔਰ ਉਸਨੇ ਇਹੀ ਕੁਐਸਚਨ, ਇਹੀ ਸਵਾਲ, ਪ੍ਰਸ਼ਨ ਕਬੀਰ ਸਾਹਿਬ ਨੂੰ ਕੀਤਾ ਕਿ ਮਾਰੇ ਕਿਸ ਨੂੰ ਗੁਰੂ ਬਣਾਉਣਾ ਚਾਹੀਦਾ ਹੈ, ਮੈਨੂੰ ਇਹਦੇ ਬਾਰੇ ਦੱਸੋ। ਕਿਉਂਕਿ ਗੁਰੂ ਕੀ ਦੇਖ ਕੇ ਬਣਾਉਣਾ ਚਾਹੀਦਾ ਹੈ, ਇਹਦੇ ਬਾਰੇ ਸਮਝਾਓ। ਤਾਂ ਉਸ ਵੇਲੇ ਕਬੀਰ ਸਾਹਿਬ ਨੇ ਮੁਸਕਰਾ ਕੇ ਕੀ ਜਵਾਬ ਦਿੱਤਾ, ਔਰ ਉਹ ਜਵਾਬ ਕਬੀਰ ਸਾਹਿਬ ਦਾ ਉਹਨਾਂ ਦੀ ਬਾਣੀ ਦੇ ਅੰਦਰ, ਕਬੀਰ ਬਾਣੀ ਦੇ ਅੰਦਰ ਵੀ ਮੌਜੂਦ ਹੈ। ਕਬੀਰ ਸਾਹਿਬ ਨੇ ਜਦੋਂ ਉਸਨੇ ਪੁੱਛਿਆ ਨਾ ਕਿ ਉਸ ਨੂੰ ਕਿਸ ਸ਼ਾਸਤਰ ਦਾ ਗਿਆਨ ਹੋਣਾ ਚਾਹੀਦਾ ਹੈ, ਕਿਸ ਕਿਤਾਬ ਦਾ ਗਿਆਨ ਹੋਣਾ ਚਾਹੀਦਾ ਹੈ, ਕਿਹੜੀ ਚੀਜ਼ ਦਾ ਗਿਆਨ ਹੋਣਾ ਚਾਹੀਦਾ ਜਿਹਨੂੰ ਗੁਰੂ ਬਣਾਈਏ, ਤਾਂ ਉਸ ਵੇਲੇ ਹੁਣ ਕਬੀਰ ਸਾਹਿਬ ਉਹਨੂੰ ਕੀ ਸਮਝਾਉਂਦੇ ਹੈ ਕਿ ਬੇਟਾ ਤੂੰ ਪੁੱਛ ਰਿਹਾ ਹੈ ਕਿ ਗੁਰੂ ਕਿਸ ਨੂੰ ਬਣਾਵਾਂ, ਤਾਂ ਯਾਦ ਰੱਖ ਕਿ ਬਾਹਰਲੀ ਪੋਥੀ ਨੂੰ, ਬਾਹਰਲੀ ਕਿਤਾਬ ਨੂੰ ਖੋਲਣਾ ਬਹੁਤ ਆਸਾਨ ਹੈ, ਉਹ ਕੋਈ ਵੀ ਖੋਲ ਸਕਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਗੀਤਾ ਖਰੀਦ ਲਓ, ਘਰ ਲਿਆ ਕੇ ਪੰਨੇ ਖੋਲ ਸਕਦੇ ਹੋ, ਕੀ ਲਿਖਿਆ ਪੜ੍ਹ ਸਕਦੇ ਹੋ। ਤੁਸੀਂ ਕੋਈ ਹੋਰ ਪਵਿੱਤਰ ਗ੍ਰੰਥ ਲਿਆਓ, ਚਾਹੇ ਕੁਰਾਨ ਹੈ, ਚਾਹੇ ਪਵਿੱਤਰ ਬਾਈਬਲ ਹੈ, ਚਾਹੇ ਅਸੀਂ ਹੋਰ ਕੋਈ ਧਾਰਮਿਕ ਸ਼ਾਸਤਰ ਦੇਖ ਲਈਏ, ਇਨਸਾਨ ਉਹਨੂੰ ਲਿਆ ਕੇ ਖੋਲ ਕੇ ਪੜ੍ਹ ਸਕਦਾ ਜਾਂ ਨਹੀਂ? ਜਵਾਬ ਦਿਓ ਸਾਨੂੰ, ਪੜ੍ਹ ਸਕਦੇ ਹੋ ਨਾ? ਸੋ ਕਬੀਰ ਸਾਹਿਬ ਕਹਿੰਦੇ ਕਿ ਬਾਹਰਲੇ ਗ੍ਰੰਥ, ਬਾਹਰਲੀਆਂ ਪੋਥੀਆਂ ਲਿਆ ਕੇ ਪੜ੍ਹ ਲੈਣਾ ਬਹੁਤ ਆਸਾਨ ਹੈ, ਪਰ ਬੇਟਾ ਗੁਰੂ ਉਸ ਨੂੰ ਬਣਾਈਦਾ ਹੁੰਦਾ ਹੈ ਜਿਸਨੇ ਬਾਹਰਲਾ ਗ੍ਰੰਥ ਪੜ੍ਹਿਆ ਹੋਵੇ ਚਾਹੇ ਨਾ, ਕੋਈ ਫਰਕ ਨਹੀਂ ਪੈਂਦਾ, ਪਰ ਉਹਦੇ ਅੰਦਰਲਾ ਗ੍ਰੰਥ ਖੁੱਲਾ ਹੋਣਾ ਚਾਹੀਦਾ ਹੈ, ਅੰਦਰਲਾ ਗ੍ਰੰਥ। ਕਿਉਂਕਿ ਇਨਸਾਨ ਦੇ ਅੰਦਰ ਵੀ ਇੱਕ ਗ੍ਰੰਥ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਦਾ ਉਹ ਸ਼ਬਦ ਤਾਂ ਬਾਅਦ ਚੋਂ ਦੱਸਾਂਗੇ, ਪਰ ਇਹ ਵੀ ਤੁਸੀਂ ਸੁਣਿਆ ਹੋਵੇਗਾ ਕਿ ਪੋਥੀ ਪੜ੍ਹ ਪੜ੍ਹ ਜਗ ਮੁਆ, ਪੰਡਿਤ ਹੁਆ ਨਾ ਕੋਏ, 2.5 ਅਕਸ਼ਰ ਪ੍ਰੇਮ ਕਾ ਪੜ੍ਹੇ ਸੋ ਪੰਡਿਤ। ਹੁਣ ਜ਼ਰਾ ਦੇਖੋ ਕਿੱਡਾ ਵੱਡਾ ਇਸ਼ਾਰਾ ਹੈ। ਉਹ ਕਹਿੰਦੇ ਪੋਥੀਆਂ ਪੜ੍ਹ ਪੜ੍ਹ ਕੇ ਤਾਂ ਜੱਗ ਪਤਾ ਨਹੀਂ ਕਿੰਨੇ ਕੁ ਮਰ ਗਏ, ਪਰ ਕੋਈ ਵੀ ਪੰਡਿਤ ਨਹੀਂ ਹੋ ਸਕਿਆ। ਪੰਡਿਤ ਦਾ ਮਤਲਬ ਇਹ ਨਹੀਂ ਕਿ ਮੱਥੇ ਤਿਲਕ, ਜਨੇਊ ਪਾ ਲੈਣਾ ਜਾਂ ਉਹ ਪੰਡਤਾਂ ਵਾਲਾ ਭੇਸ਼ ਬਣਾ ਲੈਣਾ। ਪੰਡਿਤ ਦਾ ਮਤਲਬ ਜਿਸ ਨੂੰ ਅੰਦਰ ਦਾ ਗਿਆਨ ਹੋਵੇ, ਜਿਸ ਨੂੰ ਅੰਦਰ ਦੀ ਸਮਝ ਹੋਵੇ। ਉਹ ਕਹਿੰਦੇ ਪੋਥੀ ਪੜ੍ਹ ਪੜ੍ਹ ਜਗ ਮੁਆ, ਪੰਡਿਤ ਹੁਆ ਨਾ ਕੋਏ, 2.5 ਅਕਸ਼ਰ ਪ੍ਰੇਮ ਕਾ ਪੜ੍ਹੇ ਸੋ ਪੰਡਿਤ ਹੋਏ। ਕਿ ਸਹੀ ਮਾਇਨੇ 'ਚ ਗਿਆਨ ਤਾਂ ਉਹਨੂੰ ਹੁੰਦਾ ਹੈ ਜਿਹੜਾ ਆਪਣੇ ਅੰਦਰ ਉਹ ਪ੍ਰੇਮ ਨੂੰ ਪੜ੍ਹ ਲੈਂਦਾ ਹੈ। ਔਰ ਪ੍ਰੇਮ, ਉਹ ਪ੍ਰਭੂ ਦੇ ਪ੍ਰੇਮ ਦੀ ਗੱਲ ਹੋਈ ਹੈ, ਉਹ ਪ੍ਰਮਾਤਮਾ ਦੇ ਮੁਹੱਬਤ ਦੀ, ਉਹਦੇ ਇਸ਼ਕ ਦੀ ਗੱਲ ਹੁੰਦੀ ਹੈ ਕਿ ਜਿਸਨੇ ਉਹਦੇ ਮੁਹੱਬਤ ਨੂੰ, ਉਹਦੇ ਪ੍ਰੇਮ ਨੂੰ ਸਮਝ ਲਿਆ, ਸਹੀ ਮਾਇਨੇ 'ਚ ਪੰਡਿਤ ਉਹੀ ਹੁੰਦਾ ਹੈ। ਇਸ ਲਈ ਹੁਣ ਆ ਜਾਈਏ ਉਸ ਸ਼ਬਦ ਤੇ ਜਿਸ ਦੀ ਅਸੀਂ ਗੱਲ ਕਰ ਰਹੇ ਸੀ ਕਿ ਕਬੀਰ ਸਾਹਿਬ ਨੇ ਕਿਹਾ ਕਿ ਬੇਟਾ ਗੁਰੂ ਉਸ ਨੂੰ ਬਣਾਈਏ, ਉਹਨੇ ਬਾਹਰਲੀ ਕੋਈ ਪੋਥੀ ਪੜ੍ਹੀ ਹੋਵੇ ਜਾਂ ਨਾ। ਕਿਉਂਕਿ ਬਹੁਤ ਗੁਰੂ ਰਹਿਬਰ ਦੁਨੀਆ ਤੇ ਐਸੇ ਆਂਦੇ, ਜਿੱਦਾਂ ਕਬੀਰ ਸਾਹਿਬ ਨੇ ਆਪਣੇ ਬਾਰੇ ਵੀ ਕਿਹਾ ਹੈ ਕਿ ਮਸੀਹ ਕਾਗਜ਼ ਛੂਇਓ ਨਹੀਂ ਹਾਥ, ਕਿ ਮੈਂ ਤਾਂ ਕਦੀ ਜ਼ਿੰਦਗੀ 'ਚ ਕਾਗਜ਼ ਕਲਮ ਨੂੰ ਹੱਥ ਵੀ ਨਹੀਂ ਲਾਇਆ। ਯਾਨੀ ਉਹ ਦੱਸਣਾ ਚਾਹੁੰਦੇ ਕਿ ਮੈਂ ਵੀ ਕਦੀ ਪੜ੍ਹਾਈ ਲਿਖਾਈ ਨਹੀਂ ਕੀਤੀ, ਮੈਂ ਵੀ ਅਨਪੜ੍ਹ ਹਾਂ, ਕਦੀ ਸਕੂਲ ਗਿਆ ਹੀ ਨਹੀਂ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਲਈਏ, ਸ਼੍ਰੀ ਗੁਰੂ ਰਵਿਦਾਸ ਜੀ ਦੀ ਗੱਲ ਕਰੀਏ, ਮੁਹੰਮਦ ਸਾਹਿਬ ਦੀ ਗੱਲ ਕਰੀਏ, ਜਾਂ ਹੋਰ ਦੁਨੀਆ ਤੇ ਬਹੁਤ ਸੰਤ ਗੁਰੂ ਰਹਿਬਰ ਐਸੇ ਆ ਜਿਨ੍ਹਾਂ ਨੇ ਕੋਈ ਪੋਥੀ ਸ਼ਾਸਤਰ ਨਹੀਂ ਪੜ੍ਹਿਆ, ਕਿਉਂਕਿ ਉਹ ਕਦੀ ਪਾਠਸ਼ਾਲਾ ਗਏ ਨਹੀਂ। ਪਰ ਉਹਨਾਂ ਨੇ ਬਾਹਰਲੀ ਪੋਥੀ, ਬਾਹਰਲਾ ਕੋਈ ਸ਼ਾਸਤਰ ਬਿਸ਼ੱਕ ਨਾ ਪੜ੍ਹਿਆ ਹੋਵੇ, ਪਰ ਉਹਨਾਂ ਨੇ ਮਿਹਨਤ ਐਸੀ ਕੀਤੀ ਕਿ ਅੰਦਰਲਾ ਜੋ ਸੱਚਾ ਗ੍ਰੰਥ ਹੈ, ਅੰਦਰਲੀ ਜੋ ਸੱਚੀ ਪੋਥੀ ਹੈ, ਅੰਦਰਲੀ ਜੋ ਸੱਚੀ ਰੱਬ ਦੀ ਕਿਤਾਬ ਹੈ, ਉਹ ਗਿਆਨ ਦੀ ਕਿਤਾਬ ਉਹਨਾਂ ਨੇ ਖੋਲ ਲਈ। ਔਰ ਜਿਹਨੇ ਅੰਦਰਲੀ ਕਿਤਾਬ ਖੋਲ ਲਈ ਹੈ ਨਾ, ਉਹਨੂੰ ਫਿਰ ਬਾਹਰਲੀ ਪੜ੍ਹਨ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ, ਕਿਉਂਕਿ ਉਹ ਅੰਦਰੋਂ ਹੀ ਜਾਣ ਲੈਂਦਾ ਹੈ, ਕਿਉਂਕਿ ਸਾਰਾ ਗਿਆਨ ਤਾਂ ਅੰਦਰੋਂ ਆਉਂਦਾ ਹੈ। ਇਸ ਲਈ ਕਬੀਰ ਸਾਹਿਬ ਦੱਸ ਰਹੇ ਹੈ ਕਿ ਬੇਟਾ ਤੂੰ ਪੁੱਛ ਰਿਹਾ ਹੈ ਕਿਸ ਨੂੰ ਗੁਰੂ ਬਣਾਵਾਂ, ਜਿਸਨੇ ਕਿਹੜੀ ਕਿਤਾਬ ਪੜ੍ਹੀ ਹੋਵੇ, ਕਿਹੜੀ ਪੋਥੀ, ਕਿਹੜਾ ਸ਼ਾਸਤਰ ਪੜ੍ਹਿਆ ਹੋਵੇ। ਤਾਂ ਸ਼ਾਸਤਰ ਪੜ੍ਹਨਾ ਤਾਂ ਆਸਾਨ ਹੈ, ਸ਼ਾਸਤਰ ਪੜ੍ਹਨਾ ਤਾਂ ਆਸਾਨ ਹੈ, ਪਰ ਆਪਣੇ ਆਪ ਨੂੰ ਪੜ੍ਹਨਾ, ਆਪਣੇ ਅੰਦਰ ਪ੍ਰਭੂ ਦੀ ਕਿਤਾਬ ਨੂੰ ਪੜ੍ਹਨਾ ਬਹੁਤ ਹੀ ਮੁਸ਼ਕਿਲ ਹੈ। ਔਰ ਜਿਹੜਾ ਉਸ ਕਿਤਾਬ ਨੂੰ ਪੜ੍ਹ ਲੈਂਦਾ ਹੈ, ਸਹੀ ਮਾਇਨੇ 'ਚ ਉਹੀ ਸੰਤ ਹੈ, ਉਹੀ ਸਤਿਗੁਰ ਹੈ।
ਔਰ ਫਿਰ ਕਬੀਰ ਸਾਹਿਬ ਨੇ ਗੁਣ ਦੱਸੇ। ਹੁਣ ਆਈਏ ਉਸ ਮੇਨ ਸ਼ਬਦ ਤੇ ਜੋ ਅੱਜ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਅਸੀਂ। ਕਬੀਰ ਸਾਹਿਬ ਨੇ ਮੇਨ ਗੁਣ ਦੱਸੇ ਕਿ ਗੁਰੂ ਦੇ ਅੰਦਰ ਗੁਣ ਕਿਹੜੇ ਹੋਣੇ ਚਾਹੀਦੇ ਆ। ਜ਼ਰਾ ਹੁਣ ਗੌਰ ਕਰਨਾ, ਗੁਰੂ ਦੇ ਅੰਦਰ ਗੁਣ ਕਿਹੜੇ ਹੋਣੇ ਚਾਹੀਦੇ ਹੈ। ਕਬੀਰ ਸਾਹਿਬ ਨੇ ਜੋ ਦੱਸਿਆ ਉਹ ਕਬੀਰ ਬਾਣੀ ਅੰਦਰ ਲਿਖਿਆ ਹੈ। ਹੁਣ ਸੁਣੋ ਤੁਸੀਂ ਵੀ ਕਿ ਇੱਕ ਸਤਿਗੁਰ ਦੇ ਅੰਦਰ ਕਿਹੜੇ ਗੁਣ ਹੋਣੇ ਚਾਹੀਦੇ ਹੈ। ਉਹ ਕਹਿੰਦੇ ਭਰਮ ਨਿਵਾਰਨ, ਭਰਮ ਨਿਵਾਰਨ ਭੈ ਹਰਨ, ਭਰਮ ਨਿਵਾਰਨ ਭੈ ਹਰਨ, दूर करे संदेह, गठड़ी खोले ज्ञान की, सो सतगुर कर ले। ਹੁਣ ਕੀ ਇਸ਼ਾਰਾ ਕੀਤਾ ਕਬੀਰ ਸਾਹਿਬ ਨੇ? ਕਬੀਰ ਸਾਹਿਬ ਕਹਿੰਦੇ ਸਤਗੁਰ ਦੇ ਗੁਣ ਇਹ ਹੈ। ਕਿਹੜੇ ਗੁਣ? ਭਰਮ ਨਿਵਾਰਨ। ਕਿ ਪਹਿਲਾ ਗੁਣ ਉਹਦਾ ਹੁੰਦਾ ਹੈ ਕਿ ਇਨਸਾਨ ਦੇ ਜੀਵਨ 'ਚ ਜਿੰਨੇ ਵੀ ਭਰਮ ਹੁੰਦੇ ਨਾ, ਭੁਲੇਖੇ ਹੁੰਦੇ ਹੈ। ਕਿਉਂਕਿ ਦੇਖਿਆ ਕਿ ਇਨਸਾਨ ਕਈਆਂ ਭਰਮਾਂ, ਕਈਆਂ ਭੁਲੇਖਿਆਂ 'ਚ ਫਸ ਕੇ ਆਪਣੀ ਜ਼ਿੰਦਗੀ ਉਹ ਵਹਿਮਾਂ 'ਚ ਗਵਾ ਦਿੰਦਾ ਹੈ। ਉਹ ਕਈ ਭਰਮ, ਕਈ ਭੁਲੇਖੇ ਜਿਨ੍ਹਾਂ 'ਚ ਇਨਸਾਨ ਫਸਿਆ ਹੁੰਦਾ ਹੈ, ਉਹਨਾਂ ਭਰਮਾਂ ਭੁਲੇਖਿਆਂ ਨੂੰ ਨਿਵਾਰਨ ਕਰਦਾ, ਯਾਨੀ ਕੱਢਦਾ ਹੈ ਉਹਨਾਂ ਭਰਮਾਂ 'ਚੋਂ, ਉਹਨਾਂ ਭੁਲੇਖਿਆਂ 'ਚੋਂ। ਉਹ ਇਹ ਨਹੀਂ ਦੇਖਦਾ ਦੁਨੀਆ ਪਿੱਛੇ ਤੋਂ ਕੀ ਕਰਦੀ ਆ ਰਹੀ ਹੈ। ਜਿੱਦਾਂ ਤੁਸੀਂ ਕਈ ਵਾਰ ਦੇਖੋਗੇ ਨਾ, ਕਈ ਵਾਰ ਬੰਦੇ ਨੂੰ ਖੁਦ ਨਹੀਂ ਪਤਾ ਹੁੰਦਾ, ਪਰ ਬੰਦਾ ਫਿਰ ਵੀ ਕਿਉਂ ਕਰਦਾ? ਜੀ ਸਾਡੇ ਬਜ਼ੁਰਗ ਕਰਦੇ ਸੀ, ਸਾਡੇ ਦਾਦੇ ਪੜਦਾਦੇ ਕਰਦੇ ਸੀ, ਜਾਂ ਸਾਡੇ ਪਿੱਛੋਂ ਪਰੰਪਰਾ ਚਲੀ ਆ ਰਹੀ ਹੈ। ਅੱਜ ਕੋਈ ਬੱਕਰਾ ਦੇ ਰਿਹਾ ਹੈ, ਅੱਜ ਕੋਈ ਕੁਛ ਕਹਿ ਦਿੰਦਾ ਕਿ ਆਹ ਕਰਨਾ ਹੈ ਜੀ, ਕਿਉਂ ਕਰ ਰਹੇ ਹੋ? ਕਿਉਂਕਿ ਸਾਡੇ ਪਿੱਛੇ ਬਜ਼ੁਰਗ ਕਰਦੇ ਆ ਗਏ। ਹੁਣ ਅਸੀਂ ਕਵਾਂਗੇ ਜੇ ਕਿਤੇ ਬਜ਼ੁਰਗ ਵੀ ਘਰ ਬੈਠਾ ਹੋਵੇ ਨਾ, ਉਹਨੂੰ ਪੁੱਛੋ ਕਿਉਂ ਕਰ ਰਹੇ ਹੋ? ਉਹ ਜੀ ਸਾਡੇ ਪਿੱਛੇ ਕਰਦੇ ਸੀ, ਪਤਾ ਉਹਨੂੰ ਵੀ ਨਹੀਂ ਹੁੰਦਾ ਹੈ। ਉਹ ਇੱਦਾਂ ਹੀ ਭਰਮਾਂ ਦੇ ਵਿੱਚ ਉਹ ਰੀਤ ਚਲਦੀ 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 ਚਲੀ ਜਾਂਦੀ ਹੈ। ਪਰ ਸਤਿਗੁਰ ਦੇ ਨਾਲ ਜਦੋਂ ਇਨਸਾਨ ਜੁੜਦਾ ਤਾਂ ਜਿਹੜਾ ਕਾਮਿਲ ਸਤਿਗੁਰ ਹੁੰਦਾ ਹੈ ਨਾ, ਉਹ ਦੇਖਦਾ ਹੈ ਕਿ ਆਹ ਜੋ ਤੂੰ ਕਰਮ ਕਾਂਡ ਕਰ ਰਿਹਾ ਇਹਦਾ ਤੈਨੂੰ ਫਾਇਦਾ ਕੋਈ ਨਹੀਂ ਹੈ, ਬਲਕਿ ਉਲਟਾ ਵਹਿਮ 'ਚ ਪੈ ਕੇ ਤੂੰ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਰਿਹਾ। ਇਸ ਲਈ ਬੱਚੇ ਜਾਂ ਮੇਰੇ ਪਿਆਰੇ, ਨਿਕਲ ਇਸ ਭਰਮ 'ਚੋਂ। ਉਸ ਭਰਮ ਨੂੰ ਤੋੜਦੇ ਹੈ, ਇਨਸਾਨ ਦੇ ਭੁਲੇਖੇ ਖਤਮ ਕਰਦੇ ਹੈ, ਔਰ ਉਹਨੂੰ ਜ਼ਿੰਦਗੀ ਖੁਸ਼ੀ ਨਾਲ ਜੀਣਾ ਸਿਖਾਉਂਦੇ ਹੈ, ਉਹਨੂੰ ਜ਼ਿੰਦਗੀ ਆਨੰਦ ਨਾਲ ਜੀਣਾ ਸਿਖਾਉਂਦੇ ਹੈ। ਇਸ ਲਈ ਜ਼ਰਾ ਸੋਚੋ, ਅੱਜ ਦੁਨੀਆ ਕਿੰਨੇ ਭਰਮਾਂ 'ਚ ਬੈਠੀ ਹੈ। ਹੁਣੇ ਇੱਕ ਜੀਵ ਨੇ ਬੇਨਤੀ ਕੀਤੀ ਕਿ ਮਾਲਕੋ ਸ਼ਾਦੀ ਕਰਨੀ ਹੈ ਪਰ ਕੁੜੀ ਮੰਗਲੀਕ ਹੈ, ਜਾਂ ਮਾਲਕੋ ਆਹ ਕਰਨਾ ਹੈ, ਕਿਸੇ ਨੇ ਕਿਹਾ ਜੀ ਪੈਂਚਕਾਂ ਹੈ। ਹੁਣ ਕੋਈ ਤੁਹਾਨੂੰ ਪੁੱਛੇ ਮੰਗਲੀਕ ਕੀ ਹੁੰਦਾ ਹੈ ਜਾਂ ਪੈਂਚਕਾਂ ਕੀ ਹੁੰਦੀਆਂ ਹੈ, ਪਤਾ ਕਿਸੇ ਨੂੰ? ਪਰ ਫਿਰ ਵੀ ਮੰਨਦੇ, ਬੋਲੋ ਹੈ ਕਿ ਨਹੀਂ? ਪਰ ਹੁਣ ਇਹੀ ਚੀਜ਼ ਹੈ ਕਿ ਪੈਂਚਕਾਂ, ਇਹ ਮੰਗਲੀਕ, ਇਹ ਦੋਸ਼, ਉਹ ਦੋਸ਼, ਗ੍ਰਹਿ ਦੋਸ਼, ਪਿੱਤਰ ਦੋਸ਼, ਇਹ ਦੋਸ਼, ਉਹ ਇਦਾਂ ਦੇ ਦੋਸ਼ਾਂ ਦੇ ਚੱਕਰਾਂ 'ਚ ਪਾ ਕੇ ਹੀ ਨਾ ਇਨਸਾਨ ਨੂੰ ਡਰਾਇਆ ਜਾਂਦਾ ਹੈ। ਇਦਾਂ ਦੇ ਚੱਕਰਾਂ ਵਿੱਚ ਪਾ ਕੇ ਹੀ ਇਨਸਾਨ ਨੂੰ ਕੀ ਕੀਤਾ ਜਾਂਦਾ ਹੈ? ਡਰਾਇਆ ਵੀ ਜਾਂਦਾ। ਔਰ ਜਦੋਂ ਇਨਸਾਨ ਡਰਦਾ ਹੈ ਨਾ, ਤਾਂ ਫਿਰ ਕੀ ਹੁੰਦਾ ਹੈ? ਫਿਰ ਇਨਸਾਨ ਤੋਂ ਜੋ ਮਰਜ਼ੀ ਕਰਾ ਲਓ। ਇਸ ਲਈ ਜਿਹੜੇ ਸੱਚੇ ਸੰਤ ਹੁੰਦੇ ਐ, ਹੁਣ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਨਾ ਪੈਂਚਕਾਂ ਦੀ ਫਿਕਰ ਕਰਦੇ ਹਾਂ, ਬੋਲੋ ਸਮਝਦੇ ਹੋ ਕਿ ਨਹੀਂ, ਨਾ ਕਿਸੇ ਹੋਰ ਚੀਜ਼ ਦੀ। ਕਿਉਂਕਿ ਸਾਨੂੰ ਪਤਾ ਹੈ ਕਿ अगर वो साडा मालिक जिदा ही दसी था ना, जब मेरा मालिक मेरे साथ है तो डरने की। हुण कई जीव तो भी कहणगे आ पैंचका शादी करिए या ना करिए, कोई मर जाए तो 5 पुतले फूकीए, नहीं तो बाकी मरनगे। भाई मरना तो सारे ने है ही, चाहे पुतले फूको ना फूको, एक दिन दुनिया तो जाना तो सब नहीं है। हुण बड़ी हैरानी की गल है, वो इदां दे इंसान ये भी एक आया कहंदा मालको इंग्लैंड का वीज़ा लगा आ, वो फ्लाइट ले लावां क्योंकि क्लासां शुरू होणीਆਂ पर पैंचका आ। ਇਹ ਕਮਾਲ ਦੀ ਗੱਲ, ਹੁਣ ਪੈਂਚਕਾਂ ਫਲਾਈਟ ਨੂੰ ਵੀ ਰੋਕ ਲੈਣਗੀਆਂ। ਆ ਧੁੰਦ ਬਾਰੇ ਤਾਂ ਸੁਣਿਆ ਸੀ, ਬਰਫ਼ ਬਾਰੇ ਸੁਣਿਆ ਸੀ ਕਿ ਧੁੰਦ ਜ਼ਿਆਦਾ ਹੋਵੇ ਫਲਾਈਟ ਡਿਲੇ ਹੋ ਜਾਂਦੀ ਹੈ, ਬਰਫ਼ ਪੈਂਦੀ ਹੋਵੇ ਫਲਾਈਟ ਡਿਲੇ ਹੋ ਜਾਂਦੀ ਹੈ, ਜਾਂ ਕੋਈ ਹੋਰ ਹੋ ਜਾਵੇ। ਹੁਣ ਪੈਂਚਕਾਂ ਵੀ ਰੋਕ ਲੈਂਦੀਆਂ ਫਲਾਈਟ ਨੂੰ। ਕਿੱਦਾਂ ਦੀ ਸੋਚ ਹੈ ਇਨਸਾਨ ਦੀ ਨਾ। ਇਨਸਾਨ ਇਹਨਾਂ ਭਰਮਾਂ ਕਰਕੇ ਹੀ ਆਪਣਾ ਕੰਮ ਆਪ ਹੀ ਖਰਾਬ ਕਰ ਲੈਂਦਾ ਹੈ। ਇਸ ਲਈ ਇੱਕ ਗੱਲ ਕਹਾਂਗੇ, ਜੇ ਮਾਲਿਕ ਨਾਲ ਜੁੜ ਗਏ ਹੋ ਨਾ, ਤਾਂ ਅੱਜ ਤੋਂ ਪਹਿਲੀ ਗੱਲ ਇਹ ਭਰਮ ਚੋਂ ਨਿਕਲੀਏ ਕਿ ਹੈ ਨਹੀਂ ਕੁਝ ਵੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਪਹਿਲੀ ਗੱਲ ਹੈ ਹੀ ਨਹੀਂ। ਪਰ ਫਿਰ ਵੀ ਜੇ ਬੰਦਾ ਮੰਨਦਾ ਹੀ ਤਾਂ ਬਹੁਤ ਛੋਟੀਆਂ ਹੈ, ਔਰ ਮੇਰਾ ਮਾਲਿਕ ਬਹੁਤ ਬੜਾ ਹੈ, ਔਰ ਬੜੇ ਨੇ ਹੋ ਕੇ ਛੋਟਿਆਂ ਤੋਂ ਕੀ ਡਰਨਾ। ਜੋ ਹੈ ਉਸ ਦੇ ਹੋ ਜਾਈਏ ਤਾਂ ਫਿਰ ਉਹਨਾਂ ਚੀਜ਼ਾਂ ਤੋਂ ਕੀ ਡਰਨਾ ਜੋ ਹੈ ਹੀ ਨਹੀਂ। ਇਸ ਲਈ ਅਸੀਂ ਬੈਠੇ ਬੈਠੇ ਕਦੀ ਸੋਚੀਦਾ ਹੁੰਦਾ ਹੈ, ਪਤਾ ਕੀ ਸੋਚਦੇ ਹਾਂ ਅਸੀਂ, ਕਿ ਇਨਸਾਨ ਕਿੰਨਾ ਬੁਝਦਿਲ ਹੈ। ਇਨਸਾਨ ਕਿੰਨਾ ਬੁਝਦਿਲ ਪਤਾ ਕਿਹਨੂੰ ਕਹਿੰਦੇ? ਡਰਪੋਕ ਨੂੰ, ਜਿਹਦਾ ਦਿਲ ਹੀ ਨਾ ਹੋਵੇ, ਜਿਹੜਾ ਮਾੜੀ ਮਾੜੀ ਗੱਲ ਤੋਂ ਡਰ ਜਾਵੇ।
ਕਹਿੰਦੇ ਇਨਸਾਨ ਕਿੰਨਾ ਬੁਝਦਿਲ ਹੈ, ਕਿੰਨਾ ਡਰਪੋਕ ਹੈ ਕਿ ਰਾਤ ਨੂੰ ਸੁੱਤਿਆਂ ਹੋਇਆਂ ਸੁਪਨੇ 'ਚ ਕੁਝ ਬੁਰੀ ਚੀਜ਼ ਨਜ਼ਰ ਆ ਜਾਵੇ ਤਾਂ ਡਰਦਾ ਹੈ। ਹਾਲਾਂਕਿ ਪਤਾ ਇਹ ਸੁਪਨਾ ਹੀ ਹੈ, ਹਕੀਕਤ ਨਹੀਂ ਹੈ। ਇਨਸਾਨ ਕਿੰਨਾ ਬੁਝਦਿਲ ਹੈ ਕਿ ਰਾਤ ਨੂੰ ਸੁੱਤਿਆਂ ਪਿਆ ਸੁਪਨੇ 'ਚ ਕੋਈ ਬੁਰੀ ਚੀਜ਼ ਆ ਜਾਵੇ ਤਾਂ ਡਰਦਾ ਹੈ, ਔਰ ਕਿੰਨਾ ਨਾ ਸਮਝ ਹੈ ਕਿ ਜਾਗਦਿਆਂ ਹੋਇਆਂ ਬੁਰਾ ਕਰਨ ਲੱਗਿਆ ਆਪਣੇ ਰੱਬ ਤੋਂ ਨਹੀਂ ਡਰਦਾ। ਜਿਸ ਤੋਂ ਡਰਨਾ ਚਾਹੀਦਾ ਹੈ ਉਹ ਤੋਂ ਡਰਦਾ ਨਹੀਂ ਹੈ। ਤਾਂ ਸੁਪਨਾ ਜੋ ਕਿ ਹੈ ਹੀ ਖਾਬ, ਕੋਈ ਹਕੀਕਤ ਨਹੀਂ ਹੈ। ਹੁਣ ਤੁਸੀਂ ਸੋਚੋ, ਸੁਪਨੇ 'ਚ ਮੇਰੀ ਲੋਟਰੀ ਨਿਕਲੀ 5 ਕਰੋੜ ਦੀ, ਮੈਂ ਫੜ ਕੇ ਜਾ ਰਿਹਾ ਤਾਂ ਹੱਥ ਖੁੱਲ ਗਈ, ਸੱਚ ਸੀ ਤਾਂ 5 ਕਰੋੜ ਕੋਲ ਹੋਣਾ ਚਾਹੀਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਉਸ ਲਈ ਕਹੋ ਨੋ ਜੀ ਸੁਪਨਾ ਸੀ, ਇਹ 'ਚ ਕੀ ਸੱਚ ਹੁੰਦਾ ਹੈ? ਤਾਂ ਸੁਪਨੇ 'ਚ ਕੋਈ ਕਾਲਾ ਕੁੱਤਾ ਲੱਤ ਫੜ ਲਵੇ ਜਾਂ ਕੋਈ ਭੂਤ ਨਜ਼ਰ ਆ ਜਾਵੇ, ਮਾਲਕੋ ਭੂਤ ਕਿਉਂ ਆ ਰਿਹਾ ਨਜ਼ਰ, ਆ ਕੁੱਤੇ ਨੇ ਲੱਤ ਮੇਰੀ ਕਿਉਂ ਫੜ ਲਈ? ਉਹ ਬੁਰੀ ਚੀਜ਼ ਨੂੰ ਪਕੜ ਕੇ ਤੁਰਦੇ ਆ। ਤਾਂ ਭਾਈ ਜੇ ਇਨਾਮ ਨਿਕਲੇ ਤਾਂ ਭੰਗੜਾ ਹੀ ਪਾ ਲਿਆ, ਡੀਜ਼ੇ ਡੂਜੇ ਲਾ ਲਿਆ ਕਰ ਕਿ ਰਾਤੀ ਸੁਪਨੇ 'ਚ ਨਾ 5 ਕਰੋੜ ਦੀ ਲੋਟਰੀ ਨਿਕਲੀ, ਚਲੋ ਪਾਰਟੀ ਕਰੀਏ। ਉਸ ਲਈ ਕਰਦੇ ਆ ਪਾਰਟੀ, ਕਿਉਂਕਿ ਪਤਾ ਇੱਕ ਸੁਪਨਾ ਹੈ। ਤਾਂ ਜੇ ਦੁੱਖ ਦੀ ਗੱਲ ਨਜ਼ਰ ਆ ਗਈ, ਸਵੇਰੇ ਅੱਖ ਖੋਲੋ, ਪਾਣੀ ਦੇ ਛਿੱਟੇ ਮਾਰੋ, ਸੁਪਨਾ ਸੀ, ਸ਼ੁਕਰ ਹੈ ਨਿਕਲ ਗਿਆ ਬੁਰਾ ਟਾਈਮ, ਕੋਈ ਬੁਰਾ ਸੀ ਚਲਾ ਗਿਆ। ਇਹੀ ਚੀਜ਼ ਹਕੀਕਤ 'ਚ ਹੁੰਦੀ ਫਿਰ ਗੱਲ ਦੁੱਖ ਦੀ ਸੀ। ਹੁਣ ਫਰਜ਼ ਕਰੋ ਸੁਪਨੇ 'ਚ ਕੁੱਤੇ ਨੇ ਲੱਤ ਫੜ ਲਈ ਔਰ ਬੰਦਾ ਸਵੇਰੇ ਡਾਕਟਰ ਕੋਲ ਚਲਾ ਜਾਵੇ, ਡਾਕਟਰ ਸਾਹਿਬ ਲਾ ਦਿਓ 5 ਟੀਕੇ ਜਾਂ 7 ਟੀਕੇ ਜਾਂ 14 ਟੀਕੇ ਜਿੰਨੇ ਵੀ ਲੱਗਦੇ ਆ। ਡਾਕਟਰ ਕਹਿੰਦਾ ਕੀ ਗੱਲ ਹੋਈ? ਉਹ ਜੀ ਰਾਤੀ ਸੁਪਨੇ 'ਚ ਕੁੱਤੇ ਨੇ ਲੱਤ ਫੜ ਲਈ ਸੀ, ਦੰਦ ਮਾਰਿਆ, ਇੱਦਾਂ ਲਹੂ ਨਿਕਲਦਾ ਸੀ, ਹੁਣ ਟੀਕੇ ਤੁਸੀਂ ਲਾ ਦਿਓ। ਡਾਕਟਰ ਪਾਗਲ ਹੈ, ਉਹ ਸੁਪਨਾ ਸੀ। ਸੁਪਨੇ ਦੀ ਗੱਲ ਨੂੰ ਹਕੀਕਤ ਵਿੱਚ ਟੀਕੇ ਲਾਉਣ ਦੀ ਕੀ ਲੋੜ ਹੈ? ਸ਼ੁਕਰ ਕਰ ਹਕੀਕਤ 'ਚ ਕਿਸੇ ਕੁੱਤੇ ਨੇ ਲੱਤ ਨਹੀਂ ਫੜੀ, ਨਹੀਂ ਤਾਂ ਫਿਰ 14 ਟੀਕੇ ਜ਼ਰੂਰ ਲੱਗਣੇ ਸੀ। ਸੋ ਇਨਸਾਨ ਕਿੰਨਾ ਡਰਪੋਕ ਕਹਿ ਸਕਦੇ ਅਸੀਂ ਕਿ ਇੰਨਾ ਹੀ ਯਕੀਨ ਹੈ ਨਹੀਂ ਆਪਣੇ ਮਾਲਿਕ ਤੇ। ਕਿਉਂ ਇੰਨੇ ਡਰ ਡਰ ਕੇ ਜ਼ਿੰਦਗੀ ਜੀਣੀ ਕਿ ਸੁਪਨੇ 'ਚ ਕੋਈ ਮਾੜਾ ਹੋਵੇ ਤਾਂ ਅੱਖਾਂ ਖੋਲੋ, ਸ਼ੁਕਰ ਹੈ ਮੇਰੇ ਮਾਲਿਕ ਦਾ, ਇਹ ਹਕੀਕਤ ਵੀ ਹੋ ਸਕਦੀ ਸੀ ਪਰ ਮੇਰੇ ਮਾਲਿਕ ਨੇ ਸੁਪਨੇ 'ਚ ਹੀ ਕੱਢ ਦਿੱਤਾ, ਸ਼ੁਕਰ ਹੈ। ਡਰਨਾ ਕੀ? ਪਰ ਨਹੀਂ ਜੀ ਸੁਪਨੇ 'ਚ ਮੈਨੂੰ ਕਿਸੇ ਨੇ ਫੜ ਲਿਆ, ਸੁਪਨੇ 'ਚ ਮੈਨੂੰ ਕਿਸੇ ਨੇ ਕੀਤਾ, ਉਹ ਡਰਨ ਦੀ ਲੋੜ ਨਹੀਂ ਹੈ। ਸੁਪਨਾ ਹੈ ਔਰ ਸੁਪਨੇ ਨੂੰ ਸੁਪਨਾ ਹੀ ਰਹਿਣ ਦਿਓ, ਹਕੀਕਤ ਬੜੇ ਨਾ ਦਿਓ ਉਸਨੂੰ। ਕਿਉਂਕਿ ਹਕੀਕਤ 'ਚ ਦੇਖੋ, ਮੈਂ ਜਾਗ ਰਿਹਾ ਹਾਂ, ਮੈਂ ਤੰਦਰੁਸਤ ਹਾਂ, ਹੱਥ ਪੈਰ ਮੇਰੇ ਹਿਲ ਰਹੇ ਹੈ, ਅੱਖਾਂ ਝਮਕ ਰਹੀਆਂ ਹੈ, ਸਵਾਸ ਲੈ ਰਿਹਾ ਹੈ, ਮੈਂ ਉੱਠ ਸਕਦਾ, ਮੈਂ ਬੈਠ ਸਕਦਾ, ਮੈਂ ਆਪਣੀ ਮਰਜ਼ੀ ਨਾਲ ਦਾएं ਜਾ ਸਕਦਾ, ਬਾएं ਜਾ ਸਕਦਾ, ਸ਼ੁਕਰ ਹੈ। ਇਹ ਹਕੀਕਤ ਤੇ ਮੇਰਾ ਪੂਰਾ ਕੰਟਰੋਲ ਹੈ ਔਰ ਹਕੀਕਤ ਤੇ ਮੇਰਾ ਕੰਟਰੋਲ ਹੈ। ਤਾਂ ਸੁਪਨੇ 'ਚ ਮੈਂ ਚਿੰਤਾ ਕੀ ਕਰਨੀ? ਸੁਪਨੇ 'ਚ ਤਾਂ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ ਕਿ ਮੈਂ ਸੁੱਤਾ ਕਿੱਥੇ ਆ, ਮੈਂ ਆਪਣੇ ਰੂਮ 'ਚ ਆ, ਕਿਤੇ ਬਾਹਰ ਆ, ਜ਼ਮੀਨ ਤੇ ਆ, ਬੈੱਡ ਤੇ ਆ, ਕਿੱਥੇ ਆ? ਉਸ ਲਈ ਤਾਂ ਬੰਦਾ ਸਭ ਕੁਝ ਕਹਿ ਦਿਓ ਭੁੱਲਿਆ ਹੁੰਦਾ ਕਿ ਨਹੀਂ? ਪਰ ਜਾਗਦੇ ਹੋਏ ਮੈਂ ਸਭ ਕੁਝ ਦੇਖ ਸਕਦਾ, ਮੇਰਾ ਕੰਟਰੋਲ ਹੈ। ਹਾਂ ਫਿਕਰ ਤਾਂ ਆ ਕਿ ਜਾਗਦੇ ਹੋਏ ਮੈਂ ਜਾਣਾ ਇਹਨੂੰ ਚਾਹੁੰਦਾ ਪਰ ਚੀਜ਼ ਖਿੱਚ ਕੇ ਇਹਨੂੰ ਲੈ ਜਾਂਦੀ ਹੈ। ਓਹ ਹੋ ਮੈਂ ਤਾਂ ਇੱਧਰ ਜਾਣਾ ਸੀ, ਇਹ ਕਿਹੜੀ ਤਾਕਤ ਖਿੱਚ ਕੇ ਲੈ ਗਈ? ਹਕੀਕਤ ਵਿੱਚ ਫਿਰ ਤਾਂ ਬੰਦਾ ਕਹਿੰਦਾ ਹੈ ਨਾ। ਸੋ ਅਸੀਂ ਡਰ ਕੇ ਜ਼ਿੰਦਗੀ ਨਹੀਂ ਜੀਣੀ, ਫਿਰ ਕਹਾਂਗੇ ਡਰ ਕੇ ਜ਼ਿੰਦਗੀ ਨਹੀਂ ਜੀਣੀ, ਬਲਕਿ ਜਿੱਦਾਂ ਦੱਸਿਆ ਕਿ ਇਨਸਾਨ ਕਿੰਨਾ ਬੁਜ਼ਦਿਲ ਕਿ ਸੁੱਤਿਆਂ ਪਿਆ ਰਾਤ ਨੂੰ ਸੁਪਨੇ 'ਚ ਬੁਰੀ ਚੀਜ਼ ਦੇਖ ਕੇ ਡਰਦਾ ਹੈ, ਪਰ ਕਿੰਨਾ ਨਾ ਸਮਝ ਹੈ ਕਿ ਜਾਗਦਿਆਂ ਹੋਇਆਂ ਬੁਰਾਈ ਕਰਨ ਲੱਗਿਆ ਆਪਣੇ ਰੱਬ ਤੋਂ ਨਹੀਂ ਡਰਦਾ। ਓਏ ਡਰਨਾ ਹੈ ਤਾਂ ਜਾਗਦਿਆਂ ਹੋਇਆਂ ਡਰੋ ਕਿ ਮੈਂ ਕੋਈ ਬੁਰਾ ਕੰਮ ਨਹੀਂ ਕਰਨਾ, ਮੈਂ ਕੋਈ ਬੁਰੀ ਗੱਲ ਨਹੀਂ ਬੋਲਣੀ, ਮੈਂ ਕਿਸੇ ਨੂੰ ਗਾਲੀ ਨਹੀਂ ਦੇਣੀ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਮੈਂ ਕੋਈ ਬੁਰਾ ਕਰਮ ਨਹੀਂ ਕਰਨਾ, ਕਿਉਂਕਿ ਮੇਰਾ ਰੱਬ ਮੈਨੂੰ ਦੇਖ ਰਿਹਾ ਹੈ। ਇਹਨੂੰ ਕਹਿੰਦੇ ਸਮਝਦਾਰੀ। ਸਮਝਦੇ ਹੋ ਕਿ ਨਹੀਂ? ਸਮਝਦਾਰ ਇਨਸਾਨ ਜਾਗਦਿਆਂ ਹੋਇਆਂ ਜੋ ਹੁੰਦਾ ਹੈ ਨਾ ਉਹਨੂੰ ਪਕੜਦਾ ਹੈ ਕਿ ਹਾਂ ਵੀ ਠੀਕ ਹੈ, ਇਹ ਜਾਗਦਿਆਂ ਹੋਇਆ ਹੈ, ਹਕੀਕਤ ਹੈ। ਇਸ ਲਈ ਇੱਥੇ ਮੈਂ ਇੱਕ ਇੱਕ ਕਦਮ ਇਸ ਤਰ੍ਹਾਂ ਉਠਾਣਾ ਹੈ ਕਿ ਮੇਰੇ ਮਾਲਿਕ ਦੀ ਖੁਸ਼ੀ ਮੈਨੂੰ ਹਾਸਿਲ ਹੋਵੇ। ਮੈਂ ਇੱਕ ਇੱਕ ਕਦਮ ਇਦਾਂ ਉਠਾਣਾ ਹੈ ਕਿ ਮੇਰਾ ਇੱਕ ਇੱਕ ਕਦਮ ਮੈਨੂੰ ਮੇਰੇ ਮਾਲਿਕ ਦੇ ਨੇੜੇ ਲੈ ਜਾਵੇ। ਮੈਂ ਕੋਈ ਇਦਾਂ ਦੀ ਗਲਤੀ ਨਹੀਂ ਕਰਨੀ ਕਿ ਆਪਣੇ ਮਾਲਿਕ ਦੀਆਂ ਨਜ਼ਰਾਂ 'ਚੋਂ ਗਿਰ ਜਾਵਾਂ। ਜਿੱਦਾਂ ਅਸੀਂ ਇੱਕ ਲਾਈਨ ਕਹੀ ਦੀ, ਇੱਥੇ ਵੀ ਕਹਿਣਾ ਚਾਹਾਂਗੇ कि ऐ मालिक मुझे अपनी नजरों में उठाकर रखना, फिर दुनिया चाहे नजर से गिराए या आसमान से, मुझे कोई फर्क नहीं पड़ता। कहते ऐ मालिक दुनिया मैनू गिरावे अपनी नजरों चो, जिदा कई बार कह देंगे ना लै भी तू गिर गया मेरी नजरों चो, कोई नहीं, दुनियादार की नजरों चो गिर भी गया तो मैनू कोई फर्क नहीं पैंदा। बोलो समझते हो कि नहीं? क्योंकि दुनियादार की नजरों चो तो उन्हें गिर जाना जिहड़ा उहदी खुशी का काम ही नहीं करेगा। ਹੁਣ ਕੋਈ ਤੁਹਾਨੂੰ ਕਹੇ ਆਹ ਕੰਮ ਮੇਰਾ ਕਰ ਦੇ, ਤੁਸੀਂ ਕਹੋ ਮੈਂ ਨਹੀਂ ਕਰਨਾ, ਲੈ ਵੀ ਮੈਂ ਤਾਂ ਬੜਾ ਵਿਸ਼ਵਾਸ ਕੀਤਾ, ਤੂੰ ਤਾਂ ਗਿਰ ਗਿਆ ਮੇਰੀ ਨਜ਼ਰਾਂ 'ਚੋਂ, ਤੂੰ ਤਾਂ ਮੇਰੀ ਗੱਲ ਹੀ ਨਹੀਂ ਮੰਨੀ। ਹੁਣ ਜ਼ਰਾ ਗੌਰ ਕਰਨਾ, ਹੁਣ ਤੈਨੂੰ ਖੁਸ਼ ਕਰਨ ਦੀ ਖਾਤਰ ਬੰਦਾ ਉਹਨੂੰ ਕਵੇ
ਹੁਣ ਤੇਰਾ ਕੰਮ ਇਦਾਂ ਦਾ, ਤੈਨੂੰ ਖੁਸ਼ ਕਰਨ ਦੀ ਖਾਤਰ ਕੀ ਮੈਂ ਆਪਣੀਆਂ ਰੱਬ ਦੀਆਂ ਨਜ਼ਰਾਂ 'ਚੋਂ ਗਿਰ ਜਾਵਾਂ? ਉਹ ਜਿਹਨੇ ਹਰ ਜਗ੍ਹਾ ਮੈਨੂੰ ਸੰਭਾਲਣਾ ਹੈ, ਜਿਹਨੇ ਹਰ ਜਗ੍ਹਾ ਮੇਰੀ ਰੱਖਿਆ ਕਰਨੀ ਹੈ, ਕੁਝ ਵੀ ਹੋ ਸਕਦਾ ਹੈ, ਪਰ ਮੈਂ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਕਿ ਆਪਣੇ ਮਾਲਕ ਦੀ ਨਜ਼ਰਾਂ 'ਚੋਂ ਗਿਰ ਜਾਵਾਂ। ਤੇਰੀਆਂ ਨਜ਼ਰਾਂ 'ਚੋਂ 100 ਵਾਰ ਗਿਰਾਂ, परवाह नहीं, ओ ना गिरावे अपनी नजरों में। इसलिए ऐ मालिक मुझे अपनी नजरों में उठाकर रखना। यही बेनती करया करो कि मालिक अपनी नजरों उच्चा रखी, अपने दिल के करीब रखी, फिर दुनिया की कोई परवाह नहीं, ये चाहे नजर चो गिरावे चाहे आसमान तो। आसमान का मतलब कि तो बंदा धक्का भी दे देगा ना तो कोई फिक्र नहीं, क्योंकि जो ओदियां नजरों उच्चा है ना, फिर वो मालिक उन्होंने कभी गिरन दिंदा ही नहीं। कहते गिरा तू, तो जेड़ा मेरा हो गया पूरी दुनिया भी जोर ला लावे उन्हें मैं गिरन, वो फिर कभी गिरदा ही नहीं। तां ही दस्सिया प्रहलाद नूं ਉਹਦੇ ਆਪਣੇ ਪਿਤਾ ਨੇ ਕਿੰਨੇ ਮਾਰਨ ਦੇ ਯਤਨ ਕੀਤੇ, ਕਦੀ ਪਹਾੜ ਤੋਂ ਗਿਰਾਇਆ, ਕਦੀ ਸੱਪਾਂ ਬਿੱਛੂਆਂ ਦੀ ਕੋਠੜੀ 'ਚ ਰੱਖਿਆ, ਕਦੀ ਅੱਗ ਵਿੱਚ ਉਹਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਕਿੰਨੇ ਯਤਨ ਕੀਤੇ, ਪਰ ਪ੍ਰਹਲਾਦ ਦਾ ਬਾਲ ਵੀ ਵਿੰਗਾ ਨਹੀਂ ਹੋਇਆ। ਪਹਾੜ ਤੋਂ ਗਿਰਾਇਆ ਸੀ ਪਰ ਗਿਰਨ ਦਿੱਤਾ ਉਹਦੇ ਮਾਲਿਕ ਨੇ, ਉਹਦੇ ਪਿਆਰੇ ਪ੍ਰਭੂ ਨੇ, ਕਿਉਂਕਿ ਵਿਸ਼ਵਾਸ ਸੀ ਕਿ ਬਾਪ ਦੀਆਂ ਨਜ਼ਰਾਂ 'ਚ ਬੇਸ਼ੱਕ ਉਹ ਪੁੱਤ ਕਪੂਤ ਲੱਗਦਾ ਸੀ, ਤੂੰ ਮੇਰਾ ਬੱਚਾ ਹੈ ਹੀ ਨਹੀਂ, ਤੂੰ ਤਾਂ ਮੇਰਾ ਦੁਸ਼ਮਣ ਹੈ, ਤੂੰ ਮੇਰੀ ਗੱਲ ਨਹੀਂ ਮੰਨਦਾ, पर प्रहलाद नूं पता सी जे बाप की गल मन्नी तो अपने रब दी नज़रों चों गिर जाना मैं। इसलिए उन्हें अपने बाप नूं इक्को ही गल कह दी कि ऐ पिता तू गलत है, तो गलत का साथ मैं कदी नहीं दे सकता, और मेरा मालिक मेरा परमात्मा मेरा प्रभु सही है तो मैं सही दे नाल है। हुण तू चाहे जिथों मर्जी गिरा, तू मेरा कुछ नहीं बिगाड़ सकता, क्योंकि जिन्हों उन्हें संभालिया है, जिन्हों उन्हें थामिया है, जिन्हों उन्हें उठाया है, कोई ताकत उन्होंने गिरा नहीं सकती। इन्हों कहते हैं फानूस बन के जिसकी हिफाजत हवा करे, वो शम्मा क्या बुझे जिसे रोशन खुदा करे। कहते ना मोमबत्ती जगदी है, शम्मा चाहे कोई दीवा है, चिराग है, जे खुदा ही हुक्म कर दे तू जगना है, हवा नूं कह दे इनू नहीं बुझा सकती, तो जिन्ने मर्जी तूफान आन वो हवा आप ही उसकी रक्षा करेगी, आप ही उसकी संभाल करेगी, क्योंकि हवा भी उसले मित्र बन जाती है, दुश्मन भी दोस्त बन जाते हैं जदों सच्चा रब नाल खड़ा हो। इस करके दुनिया की फिक्र नहीं कि दुनिया नजर तो गिरावे चाहे आसमान तो, बस इक्को ही काम करना कि मालिक कोई इदां दा कर्म ना होवे, कोई इदां दी गलती ना होवे, उस रास्ते ना तोरी कि मैं तेरियां नजरों चों गिर जावां, मैं तेरियां नजरां सदा उच्चा रवां। इसलिए समझ लेना इस चीज को। फिर कहांगे कि डरना है तो पाप तो डरिए, बुराई तो डरिए कि किते मैं वो कर्म ना करा कि मेरे मालिक दी रहमत में तो दूर हो जावे। इसलिए समझदार इंसान तो वही हुंदा है जिहड़ा अपने मालिक दी रहमत नूं संभालण बारे सोचदा है कि मैं किद्दां ओहदी रहमत नूं संभालां, किद्दां मैं ओहदी रहमत नूं संभाल सकदा हां, किद्दां मैं जिद्दां एक बिजनेसमैन सोचदा ना किद्दां मैं होर ज़्यादा तरक्की कर सकदा हां, किद्दां मैं होर अगे वध सकदा हां, इनू कहते समझदारी। तो जिहड़े आशिक हुंदे है अपने मालिक नाल प्यार करने वाले हुंदे है, वो भी हमेशा ही सोचते किद्दां मैं अपने मालिक दी रहमत दे नेड़े जा सकदा हां, किद्दां मैं होर ज़्यादा अपने आप नूं बेहतर बना सकदा हां, किद्दां मैं वो कर्म कर सकदा हां जिहदे नाल मेरे जीवन 'च भी खुशी आवे तो मैं दूजे दे जीवन 'च भी खुशियां दा रंग भर देवां। वो अपने आप नूं हर रोज अच्छा करन दी कोशिश करदा है, अपने आप नूं बेहतर करन दी कोशिश करदा है। इसलिए सपनियां तो डरना अज तो बंद, क्योंकि ये भी भरम चों निकलना है। समझते हो कि नहीं? कोई बुरा है भुल जाओ, कोई चंगी गल है याद रखो, आह मजा आ गया, बहुत वधिया गल सी, क्योंकि जिहड़ी चीज याद करके खुशी मिले उन्होंने बार बार याद करो, तो जिहड़ी चीज याद करके दुख आवे, तकलीफ आवे, रोना आवे, वो चीज नूं उसे वेले भुल्लण दी कोशिश करो, छड्डण दी कोशिश करो। जिद्दां एक रिसर्च हुई, जरा समझना, कहते जापान के अंदर एक रिसर्च हुई 30 आदमियों ते, 30 आदमियों ते की रिसर्च हुई कि 30 आदमी बुलाए गए और वो 30 नूं एक एक कागज का टुकड़ा दिता गया, किसी नूं नहीं पता च की लिखिया है, यानी कल्ले कल्ले नूं पर्ची दी गई और फिर कहा गया कि तुसीं सारिआं ने अखां बंद करके बैठना है और जो इस पर्ची च लिखिया है वो करने की कोशिश करनी है। जरा समझना, 30 आदमियों नूं की कहा गया कि अखां बंद करके बह जाना और जो इस पर्ची च लिखिया गया है बस वो तुसीं करना है। इनू पहला पढ़ लो और फिर अखां बंद करके बैठ के करो। हुण कहंदे है उन्होंने पर्ची लई, पढ़ी और अखां बंद करके बह गए। कमरा बिल्कुल शांत सी, विच एक ना म्यूजिक चल रहा सी, मध्यम जिहा म्यूजिक,
ਲਾਈਟ ਜਿਹਾ ਸੰਗੀਤ ਚੱਲ ਰਿਹਾ ਸੀ, ਸਮਝਣਾ ਜ਼ਰਾ ਕਿ ਮੱਧਮ ਜਿਹਾ ਸੰਗੀਤ ਚੱਲ ਰਿਹਾ ਸੀ, ਲਾਈਟ ਮਿਊਜ਼ਿਕ, ਔਰ ਉਹ ਸਾਰੇ ਬਹਿ ਗਏ, ਸਾਰੇ ਬੈਠ ਗਏ, ਔਰ ਉਹਨਾਂ ਨੂੰ ਕਿਹਾ ਪਰਚੀ ਪੜ੍ਹ ਕੇ ਆਪਣੀ ਜੇਬ 'ਚ ਰੱਖ ਲੈਣੀ ਹੈ, ਔਰ ਫਿਰ ਜੋ ਇਹ 'ਚ ਲਿਖਿਆ ਉਹ ਕਰਨਾ। ਅੱਧੇ ਘੰਟੇ ਦਾ ਟਾਈਮ ਹੈ, ਇਸ ਲਈ ਜੋ ਇਹ 'ਚ ਕਿਹਾ ਉਹ ਫੀਲ ਕਰਨਾ। ਹੁਣ ਉਹਨਾਂ ਨੇ ਇਕੱਲੇ ਇਕੱਲੇ ਨੇ ਪਰਚੀ ਪੜ੍ਹੀ, ਔਰ ਨਾ ਇਹ ਵੀ ਕਿਹਾ ਕਿਸੇ ਨੂੰ ਦੱਸਣਾ ਨਹੀਂ ਹੈ ਕਿ ਇਹਦੇ 'ਚ ਲਿਖਿਆ ਕੀ ਹੈ, ਤੁਸੀਂ ਪੜ੍ਹੋ, ਪੜ੍ਹ ਕੇ ਜੇਬ 'ਚ ਪਾ ਲਓ, ਅੱਖਾਂ ਬੰਦ ਕਰਕੇ ਬਹਿ ਜਾਓ, ਔਰ ਜੋ ਲਿਖਿਆ ਉਹ ਕਰੋ। ਹੁਣ ਇਸੇ ਤਰ੍ਹਾਂ ਸਾਰੇ ਬਹਿ ਗਏ, 30 ਦੇ 30 ਆਦਮੀ ਬਹਿ ਗਏ। ਹੁਣ 30 ਦੇ 30 ਆਦਮੀ ਬੈਠੇ, ਜਦੋਂ ਬੈਠਿਆਂ ਨੂੰ 10 ਮਿੰਟ ਹੋਏ ਤਾਂ ਫਿਰ ਇੱਕ ਚੈੱਕ ਕਰਨ ਵਾਲੇ ਨੇ ਵੀਡੀਓ ਬਣਾਉਣੀ ਸੀ ਉਹਨਾਂ ਦੀ। ਬੋਲੋ ਸਮਝਦੇ ਹੋ ਕਿ ਨਹੀਂ? ਉਹਨੇ ਅੰਦਰ ਜਾ ਕੇ ਵੀਡੀਓ ਬਣਾਈ ਤਾਂ ਕੀ ਨਜ਼ਰ ਆਇਆ ਕਿ 20 ਆਦਮੀ ਮੁਸਕਰਾ ਰਹੇ ਹੈ, ਉਹਨਾਂ ਦੇ ਚਿਹਰੇ ਤੇ ਸਮਾਈਲ ਹੈ, ਅੱਖਾਂ ਬੰਦ ਹੈ, ਮਿਊਜ਼ਿਕ ਚੱਲ ਰਿਹਾ ਹੈ, ਪਰ ਚਿਹਰੇ ਤੇ ਮੁਸਕਰਾਹਟ, ਸਮਾਈਲ ਹੈ। ਪਰ ਉਹਨਾਂ ਚੋਂ 10 ਆਦਮੀ ਇਦਾਂ ਦੇ ਹੈ ਜਿਨ੍ਹਾਂ ਦੀਆਂ ਅੱਖਾਂ 'ਚ ਪਾਣੀ ਸੀ ਔਰ ਚਿਹਰੇ ਤੇ ਦਰਦ ਸੀ। ਕੀ ਹੈ? ਅੱਖਾਂ 'ਚ ਪਾਣੀ ਔਰ ਚਿਹਰੇ ਤੇ ਦਰਦ। ਬੈਠੇ ਉਹ ਵੀ ਅੱਖਾਂ ਬੰਦ ਕਰੇ, ਮਿਊਜ਼ਿਕ ਉਹੀ ਹੈ, ਕਮਰਾ ਉਹੀ ਹੈ, ਉਹੀ ਸੰਗੀਤ। ਇਹ ਨਹੀਂ ਕਿ ਉਹਨਾਂ ਦਾ ਸੰਗੀਤ ਅਲੱਗ ਹੈ ਤਾਂ ਉਹਨਾਂ ਦਾ ਸੰਗੀਤ ਅਲੱਗ ਹੈ, ਜਾਂ ਉਹਨਾਂ ਦਾ ਕਮਰਾ ਅਲੱਗ ਹੈ ਉਹਨਾਂ ਦਾ ਅਲੱਗ ਹੈ, ਸਭ ਕੁਝ ਉਹੀ, ਵਾਤਾਵਰਨ ਉਹੀ। ਪਰ 10 ਆਦਮੀ ਰੋ ਰਹੇ ਹੈ, ਚਿਹਰੇ ਤੇ ਦੁੱਖ ਹੈ, ਔਰ 20 ਆਦਮੀ ਮੁਸकुरा ਰਹੇ ਹੈ, ਚਿਹਰੇ ਤੇ ਖੁਸ਼ੀ ਹੈ। ਬੜੀ ਹੈਰਾਨੀ ਦੀ ਗੱਲ ਹੈ, ਇਹ ਕੀ ਹੋ ਗਿਆ ਐਸਾ ਕਿ ਮਿਊਜ਼ਿਕ ਵੀ ਉਹੀ, ਕਮਰਾ ਵੀ ਉਹੀ, ਵਾਤਾਵਰਨ ਵੀ ਉਹੀ। ਇਹ ਨਹੀਂ ਕਿ ਅੱਧਿਆਂ ਨੂੰ ਠੰਡ ਲੱਗਦੀ, ਅੱਧਿਆਂ ਨੂੰ ਗਰਮੀ, ਗਰਮੀ ਵਾਲੇ ਰੋ ਰਹੇ ਆ ਤਾਂ ਸਰਦੀ ਵਾਲੇ ਹੱਸ ਰਹੇ, ਨਹੀਂ, ਸਭ ਕੁਝ ਉਹੀ। ਫਰਕ ਕੀ ਸੀ? ਜਰਾ ਸੋਚੋ, ਫਰਕ ਕੀ ਸੀ? ਆਇਆ ਕਿਸੇ ਦਿਮਾਗ 'ਚ ਫਰਕ ਕੀ ਸੀ? ਫਰਕ ਕੀ ਸੀ? 20 ਕਿਉਂ ਹੱਸ ਰਹੇ ਹੈ ਔਰ 10 ਕਿਉਂ ਰੋ ਰਹੇ ਹੈ? ਉਹਨਾਂ ਦੀ ਅੱਖਾਂ 'ਚ ਪਾਣੀ ਕਿਉਂ ਹੈ? ਔਰ ਜਿੱਦਾਂ ਜਿੱਦਾਂ ਮਿਊਜ਼ਿਕ ਥੋੜਾ ਤੇਜ਼ ਹੋ ਰਿਹਾ ਹੈ, ਉਹਨਾਂ ਦਾ ਰੋਣਾ ਵੱਧ ਰਿਹਾ, ਉਹਨਾਂ ਦੀ ਹੱਸੀ ਵੱਧ ਰਹੀ ਹੈ। ਸਮਝਦੇ ਹੋ ਕਿ ਨਹੀਂ? 30 ਮਿੰਟ, ਅੱਧਾ ਘੰਟਾ ਮਿਊਜ਼ਿਕ ਚੱਲਿਆ, ਪਰ ਮਿਊਜ਼ਿਕ ਦੇ ਲਾਸਟ ਮੂਮੈਂਟ 'ਚ ਤੇਜ਼ ਹੋ ਰਿਹਾ, ਤੇਜ਼ ਹੋ ਰਿਹਾ, ਤੇਜ਼ ਹੋ ਰਿਹਾ ਹੈ। ਔਰ ਜਿੱਦਾਂ ਵੱਧ ਰਿਹਾ, ਜਿਹੜੇ ਹੱਸਣ ਵਾਲੇ ਹੈ ਉਹ ਤਾੜੀਆਂ ਮਾਰਨ ਲੱਗ ਗਏ, ਔਰ ਜਿਹੜੇ ਰੋਣ ਵਾਲੇ ਭੁੱਬਾ ਮਾਰਨ ਲੱਗ ਗਏ। ਵੀਡੀਓ ਬਣੀ, ਸਭ ਕੁਝ ਹੋਇਆ, ਔਰ ਬਾਅਦ 'ਚ ਅੱਧੇ ਘੰਟੇ ਬਾਅਦ ਜਦੋਂ ਹੋਇਆ, ਸਮਾਪਤ ਹੋਇਆ, ਸਟਾਪ ਹੋਇਆ, ਮਿਊਜ਼ਿਕ ਸ਼ਾਂਤ, ਔਰ ਉਹਨੂੰ ਕਿਹਾ ਹੌਲੀ ਹੌਲੀ ਆਪਣੀ ਅੱਖਾਂ ਖੋਲੋ। ਤਾਂ ਜਿਹੜੇ 20 ਸੀ એનર્ਜੀ ਨਾਲ ਭਰੇ ਹੋਏ, ਖੁਸ਼ ਸੀ, ਉਹ ਹਰ ਕੰਮ ਕਰਨ ਨੂੰ ਤਿਆਰ, ਨੱਚਣ ਨੂੰ ਤਿਆਰ, ਭੰਗੜਾ ਪਾਉਣ ਨੂੰ ਤਿਆਰ, ਦੌੜਨ ਨੂੰ ਤਿਆਰ। ਤਾਂ ਜਿਹੜੇ 10 ਸੀ ਨਾ, ਉਹ ਤਾਂ ਇਦਾਂ ਸੀ ਜਿੱਦਾਂ ਕਿਸੇ ਨੇ ਨਿਚੋੜ ਕੇ ਰੱਖ ਦਿੱਤਾ ਹੁੰਦਾ, ਕੱਪੜੇ ਨੂੰ ਨਿਚੋੜਿਆ ਹੁੰਦਾ ਨਾ, ਕੱਪੜੇ ਨੂੰ ਇਦਾਂ ਕਿ ਬਲ ਜੇ ਪਏ ਹੁੰਦੇ। ਉਹ ਤਾਂ ਕਹਿੰਦੇ ਹੁਣ ਘਰ ਹੀ ਲੈ ਜਾਓ ਸਾਨੂੰ, ਕਿਉਂਕਿ ਅੰਦਰ ਟੁੱਟ ਗਏ, ਰੋ ਕੇ, ਦੁਖੀ ਹੋ ਕੇ ਬੁਰਾ ਹਾਲ ਹੋ ਗਿਆ, ਇਦਾਂ ਲੱਗਦਾ ਭਾਰ ਹੀ ਭਾਰਾ, ਸਰੀਰ ਭਾਰਾ ਹੋ ਗਿਆ। ਹੁਣ ਜਿਸ ਵੇਲੇ ਚੀਜ਼ ਹੋਈ ਤਾਂ ਰਿਸਰਚ ਕੀ ਹੋਈ? ਉਹਨਾਂ ਨੂੰ ਕਿ ਆਪਣੀਆਂ ਪਰਚੀਆਂ ਕੱਢੋ ਹੁਣ, ਜੋ ਜੇਬਾਂ 'ਚ ਸੀ। ਹੁਣ ਜਦੋਂ ਪਰਚੀ ਕੱਢੀ ਗਈ, 20 ਆਦਮੀਆਂ ਦੀ ਪਰਚੀ ਜਦੋਂ ਪੜ੍ਹੀ ਗਈ ਤਾਂ ਉੱਤੇ ਲਿਖਿਆ ਸੀ ਕਿ ਆਰਾਮ ਨਾਲ, ਸ਼ਾਂਤੀ ਨਾਲ ਬਹਿ ਕੇ ਇਹ ਅੱਧਾ ਘੰਟਾ ਤੁਸੀਂ ਆਪਣੇ ਜੀਵਨ 'ਚ ਜੋ ਵੀ ਅੱਛਾ ਹੋਇਆ ਹੈ, ਜੋ ਵੀ ਖੁਸ਼ੀ ਦੀ ਗੱਲ ਹੈ, ਜੋ ਤੁਹਾਨੂੰ ਖੁਸ਼ੀ ਦੇਵੇ, ਉਹਦੇ ਬਾਰੇ ਸੋਚ ਕੇ ਖੁਸ਼ ਹੋਵੋ। ਜੋ ਤੁਹਾਨੂੰ ਅੱਛਾ ਲੱਗੇ, ਜਿੱਦਾਂ ਹੁਣ ਫਰਜ਼ ਕਰੋ ਮਾਂ ਨੂੰ ਅੱਛਾ ਲੱਗਦਾ ਆਪਣੇ ਬੱਚੇ ਨਾਲ ਖੇਡਣਾ, ਜਾਂ ਇੱਕ ਇਨਸਾਨ ਨੂੰ ਅੱਛਾ ਲੱਗਦਾ ਹੈ ਕੋਈ ਹੋਰ ਚੀਜ਼, ਕਿ ਮੈਂ ਪਹਾੜਾਂ ਤੇ ਜਾ ਰਿਹਾ ਹਾਂ, ਕਿ ਜੋ ਵੀ ਅੱਛਾ ਲੱਗਦਾ ਹੈ ਉਹਦੇ ਬਾਰੇ ਸੋਚ ਕੇ ਖੁਸ਼ ਹੋਵੋ। ਬੋਲੋ ਸਮਝਦੇ ਹੋ ਕਿ ਨਹੀਂ? ਜਰਾ ਤੁਸੀਂ ਵੀ ਸੋਚ ਕੇ ਦੇਖੋ ਕਿ ਕਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ। ਹੁਣ ਫਰਜ਼ ਕਰੋ ਇੱਕ ਇਨਸਾਨ ਨੂੰ ਖੁਸ਼ੀ ਹੈ ਕਿ ਮੈਨੂੰ ਆਹ ਚੀਜ਼ ਖਾਣ 'ਚ ਖੁਸ਼ੀ ਹੈ, ਆਹ ਮੈਂ ਚੀਜ਼ ਖਾ ਰਿਹਾ, ਬੜੀ ਖੁਸ਼ੀ ਹੈ। ਜਾਂ ਮੈਂ ਕਿਸੇ ਦੀ ਇੱਛਾ ਹੈ, ਮੈਂ ਇੱਥੇ ਜਾਣਾ ਚਾਹੁੰਦਾ ਹਾਂ, ਮੈਂ ਆਹ ਚੀਜ਼ ਦੇਖਣੀ ਚਾਹੁੰਦਾ ਹਾਂ, ਹਾਂ ਮੈਂ ਪਹੁੰਚ ਗਿਆ, ਉੱਥੇ ਦੇਖ ਰਿਹਾ, ਮੈਂ ਬੜਾ ਖੁਸ਼ ਹਾਂ। ਯਾਨੀ ਜਿਹੜੀ ਚੀਜ਼ ਮੈਨੂੰ ਖੁਸ਼ੀ ਦੇਵੇ, ਉੱਥੇ ਲਿਖਿਆ ਸੀ ਉਹ ਸੋਚਣਾ ਅੱਧਾ ਘੰਟਾ। ਕੋਈ ਤੁਹਾਡੇ ਨਾਲ ਖੁਸ਼ੀ ਦੀ ਘਟਨਾ ਹੋਈ ਹੈ, ਉਹ ਸੋਚਣੀ ਹੈ, ਜੋ ਤੁਹਾਨੂੰ ਖੁਸ਼ੀ ਦੇਵੇ, ਹਸਾਵੇ। ਹੁਣ ਉਹ ਅੱਖਾਂ ਬੰਦ ਕਰਕੇ ਉਹਨਾਂ ਦੀ ਸਾਰੀ ਸੋਚ, ਸਾਰਾ ਧਿਆਨ ਕਿਹੜੀ ਚੀਜ਼ ਤੇ ਸੀ? ਜਵਾਬ ਦੇ ਦਿਓ ਹੁਣ। ਖੁਸ਼ੀ ਤੇ, ਕਿ ਮੇਰੇ ਨਾਲ ਅੱਛਾ ਕੀ ਹੋਇਆ, ਮੈਂ ਉਹ ਸੋਚ ਰਿਹਾ ਹਾਂ, ਜਾਂ ਮੈਂ ਕੀ ਚਾਹੁੰਦਾ ਮੇਰੇ ਨਾਲ ਅੱਛਾ ਹੋਵੇ, ਉਹ ਸੋਚ ਰਿਹਾ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਉਹ ਜਿੱਦਾਂ ਜਿੱਦਾਂ ਉਹ ਚੀਜ਼ ਬਾਰੇ ਸੋਚ ਰਹੇ ਸੀ, ਜੋ ਚਾਹੁੰਦੇ ਸੀ ਹੋਵੇ, ਉਹਨਾਂ ਨੂੰ ਖੁਸ਼ੀ ਹੋ ਰਹੀ ਸੀ। ਜਾਂ ਜਿੱਦਾਂ ਉਹਨਾਂ ਨੂੰ ਲੱਗਦਾ ਸੀ ਉਹ ਪਲ ਬੜੀ ਖੁਸ਼ੀ ਦੇ ਸੀ, ਜਦੋਂ ਮੈਂ ਬੜਾ ਹੱਸ ਰਿਹਾ ਸੀ, ਉਹ ਸੋਚ ਕੇ ਖੁਸ਼ ਹੋਣ ਲੱਗ ਗਏ। ਹੁਣ ਇਹ ਅੱਧਾ ਘੰਟਾ ਉਹਨਾਂ ਨੇ ਖੁਸ਼ੀ ਨੂੰ ਮੁੱਖ ਰੱਖਿਆ, ਖੁਸ਼ੀ ਬਾਰੇ ਹੀ ਸੋਚਿਆ। ਔਰ ਜਿਹੜੇ ਦੂਜੇ ਸੀ, ਉਹਨਾਂ ਦੀ ਪਰਚੀ ਤੇ ਦੱਸਣਾ ਤੇ ਕੀ ਲਿਖਿਆ ਸੀ ਕਿ ਜੋ ਤੁਹਾਡੇ ਜੀਵਨ 'ਚ ਸਭ ਤੋਂ ਬੁਰਾ ਹੋਇਆ ਹੈ ਨਾ, ਜਿਹਨੇ ਤੁਹਾਨੂੰ ਤਕਲੀਫ ਦਿੱਤੀ ਹੋਵੇ, ਜਿਹਨੇ ਤੁਹਾਨੂੰ ਦੁੱਖ ਦਿੱਤਾ ਹੋਵੇ, ਉਹਦੇ ਬਾਰੇ ਸੋਚੋ। ਜਾਂ ਕੀ ਤੁਹਾਡੇ ਨਾਲ ਬੁਰਾ ਹੋ ਸਕਦਾ, ਉਹਦੇ ਬਾਰੇ ਸੋਚੋ। ਜਦੋਂ ਬੰਦਾ ਸੋਚੇ, ਹਾਏ ਮੈਂ ਆਪਣੀ ਪਤਨੀ ਨਾਲ ਬੜਾ ਪਿਆਰ ਕਰਦਾ, ਕਿਤੇ ਮਰ ਹੀ ਨਾ ਜਾਵੇ,
ਉਦਾਹਰਨ ਦੇ ਰਹੇ ਹਾਂ। ਜਾਂ ਮੈਂ ਬੱਚੇ ਨਾਲ ਬੜਾ ਪਿਆਰ ਕਰਦਾ, ਬੱਚੇ ਦਾ ਕਿਤੇ ਐਕਸੀਡੈਂਟ ਨਾ ਹੋ ਜਾਵੇ, ਜਾਂ ਮੈਂ ਫਲਾਨਾ ਮੇਰਾ ਕੰਮ ਹੈ ਕਿਤੇ ਕੰਮ ਹੀ ਨਾ ਬੰਦ ਹੋ, ਯਾਨੀ ਦੁੱਖ ਵਾਲੀ ਗੱਲ ਸੋਚੋ ਜਿਹਨੂੰ ਸੋਚ ਕੇ ਤੁਹਾਨੂੰ ਰੋਣਾ ਆਵੇ। ਹੁਣ ਉਹਨਾਂ 10 ਨੂੰ ਨਹੀਂ ਪਤਾ ਸੀ ਕਿ ਬਾਕੀ 20 ਦੀ ਪਰਚੀ ਤੇ ਕੀ ਲਿਖਿਆ ਹੈ, ਪਰ ਉਹਨਾਂ ਨੇ ਕਿਉਂਕਿ ਕਿਹਾ ਗਿਆ ਸੀ ਕਿ ਜੋ ਪਰਚੀ ਤੇ ਲਿਖਿਆ ਅੱਧਾ ਘੰਟਾ ਉਹ ਕਰਨਾ ਹੈ। ਹੁਣ ਉਹਨਾਂ ਨੇ 10 ਨੇ ਆਪਣਾ ਪੂਰਾ ਧਿਆਨ ਕਾਤੇ ਲਾ ਦਿੱਤਾ? ਦੁੱਖ ਤੇ, ਕਿ ਮੇਰੇ ਨਾਲ ਕੀ ਮਾੜਾ ਹੋਇਆ, ਕਿਸੇ ਨੇ ਮੈਨੂੰ ਗਾਲੀ ਦਿੱਤੀ, ਕੋਈ ਮੇਰੀ ਮੌਤ ਹੋ ਗਈ, ਕੋਈ ਮੈਨੂੰ ਘਾਟਾ ਪੈ ਗਿਆ, ਜਿੱਥੋਂ ਮੈਂ ਬੜਾ ਦੁਖੀ ਹੋਇਆ ਉਹ ਗੱਲ ਯਾਦ ਕਰੋ। ਹਾਂ, ਬੜਾ ਦੁਖੀ, ਜਾਂ ਮੇਰੇ ਨਾਲ ਕੀ ਬੁਰਾ ਹੋ ਸਕਦਾ ਹੈ। ਪਤਨੀ ਬਾਰੇ ਕਿਹਾ, ਪਤੀ ਬਾਰੇ ਵੀ ਕਹਿ ਦਿੰਦੇ ਨਾ, ਇਹ ਕਹਿਣਾ ਕਿਤੇ ਮੇਰੇ ਪਤੀ ਨੂੰ ਕੁਛ ਨਾ ਹੋ ਜਾਵੇ, ਜਾਂ ਕਿਤੇ ਮੇਰਾ ਫਲਾਨਾ ਨਾ ਕੁਛ ਹੋ ਜਾਵੇ। ਜਰਾ ਸਮਝਣਾ ਸਾਰਿਆਂ ਨੇ ਕਿ ਉਹ ਚੀਜ਼ ਬਾਰੇ ਜਿਹਨੂੰ ਸੋਚ ਕੇ ਤੁਹਾਨੂੰ ਤਕਲੀਫ ਹੋਵੇ। ਤਾਂ ਹੁਣ ਉਹਨਾਂ ਨੇ ਅੱਧਾ ਘੰਟਾ ਕਿਹੜੀ ਚੀਜ਼ ਵੱਲ ਧਿਆਨ ਲਗਾਇਆ? ਦੁੱਖ ਵੱਲ। ਤਾਂ ਹੁਣ ਦੇਖੋ, ਕਮਰਾ ਉਹੀ, ਮਿਊਜ਼ਿਕ ਉਹੀ, ਵਾਤਾਵਰਨ ਉਹੀ, ਸਭ ਕੁਝ ਉਹੀ, ਪਰ ਇੱਕ ਟੀਮ, 20 ਬੰਦਿਆਂ ਦੀ ਟੀਮ ਅੱਧਾ ਘੰਟਾ ਖੁਸ਼ੀ ਨਾਲ, એનર્ਜੀ ਨਾਲ ਭਰ ਗਈ, ਕਿਉਂਕਿ ਸਿਰਫ ਸੋਚਿਆ ਬੈਠਿਆਂ ਨੇ ਖੁਸ਼ੀ ਬਾਰੇ। ਤਾਂ ਉਹ 10 ਬੰਦਿਆਂ ਦੀ ਟੀਮ ਉਹ ਅੱਧੇ ਘੰਟੇ 'ਚ ਇੰਨੀ ਦੁਖੀ ਹੋ ਗਈ, ਰੋਏ, ਹਾਏ ਹਾਏ, ਅੰਦਰੋਂ ਆਵਾਜ਼ ਨਿਕਲਦੀ ਸੀ, ਉੱਬਾਂ ਨਿਕਲਦੀਆਂ ਸੀ। ਔਰ ਜਦੋਂ ਟਾਈਮ ਖਤਮ ਹੋਇਆ ਤਾਂ ਕੀ ਹੋਇਆ? ਸਰੀਰ ਇਦਾਂ ਭਾਰਾ ਹੋ ਗਿਆ। ਤਾਂ ਹੀ ਤਾਂ ਕਿਤੇ ਬੰਦਾ ਰੋਂਦਾ ਹੈ ਨਾ, ਮਰ ਜਾਵੇ ਕੋਈ, ਤਾਂ ਇੰਨਾ ਸਰੀਰ ਭਾਰਾ ਹੋ ਜਾਂਦਾ ਬੰਦੇ ਤੋਂ ਖੜਾ ਹੋਣਾ ਵੀ। ਔਰ ਤੁਸੀਂ ਦੇਖਿਆ ਹੋਣਾ ਨਾ ਕਈ ਵਾਰ ਕਿ ਬੰਦਾ ਸਹਾਰਾ ਦੇ ਕੇ ਤੋਰਦਾ, ਚੱਲ। ਕੋਈ ਮੁਰਦੇ ਦੇ ਮਗਰ ਨਾ ਕੋਈ ਬੜਾ ਪਿਆਰਾ ਹੋਵੇ, ਤਾਂ ਜਿੰਨਾ ਪਿਆਰ ਜ਼ਿਆਦਾ ਹੁੰਦਾ ਉਨਾ ਬੰਦੇ ਵਾਸਤੇ ਕਦਮ ਪੁੱਟਣਾ ਵੀ, ਆਪਣੇ ਆਪ ਨੂੰ ਸੰਭਾਲਣਾ ਹੀ ਔਖਾ ਹੋ ਜਾਂਦਾ ਹੈ। ਹੁਣ ਇਹ ਚੀਜ਼ ਤੋਂ ਕੀ ਪਤਾ ਲੱਗਦਾ ਹੈ? ਹੁਣ ਜ਼ਰਾ ਗੌਰ ਕਰਨਾ। ਇਹ ਚੀਜ਼ ਤੋਂ ਪਤਾ ਇਹ ਲੱਗਦਾ ਕਿ ਬਾਹਰਲੀ ਵਾਤਾਵਰਣ ਦਾ ਸਾਡੀ ਖੁਸ਼ੀਆਂ ਤੇ ਸਾਡੇ ਦੁੱਖਾਂ ਤੇ ਕੋਈ ਫਰਕ ਨਹੀਂ ਪੈਂਦਾ। ਬਾਹਰ ਕਮਰਾ ਕੀ ਹੈ, ਚਾਹੇ ਤੁਸੀਂ ਹੋਟਲ ਦੇ ਕਮਰੇ 'ਚ ਹੋਵੋ, ਘਰ ਦੇ ਕਮਰੇ 'ਚ ਹੋਵੋ, ਚਾਹੇ ਤੁਸੀਂ ਕਿਤੇ ਵੀ ਬੈਠੇ ਹੋਵੋ, ਬਾਹਰਲੇ ਵਾਤਾਵਰਣ ਦਾ ਕੋਈ ਫਰਕ ਨਹੀਂ ਪੈਂਦਾ। ਸਾਡੇ ਜੀਵਨ 'ਚ ਖੁਸ਼ੀ ਆਣੀ ਹੈ ਜਾਂ ਸਾਡੇ ਜੀਵਨ 'ਚ ਗਮੀ ਆਣੀ ਹੈ, ਇਹ ਫਰਕ ਸਾਰਾ ਪੈਂਦਾ ਸਾਡੀ ਸੋਚ ਦਾ, ਕਿ ਅਸੀਂ ਸੋਚ ਕੀ ਰਹੇ ਹਾਂ। ਕਿਉਂਕਿ ਇਹਦੇ ਬਾਰੇ ਹੀ ਮਹਾਤਮਾ ਬੁੱਧ ਨੇ ਕਿਹਾ ਕਿ ਇਨਸਾਨ ਜੋ ਉਮੀਦ ਕਰਦਾ ਹੈ, ਇਨਸਾਨ ਨੂੰ ਉਹੀ ਮਿਲਦਾ ਹੈ। ਹੁਣ ਤੁਸੀਂ ਕੀ ਪਾਣਾ ਚਾਹੁੰਦੇ ਹੋ, ਉਹਦੀ ਉਮੀਦ ਕਰੋ। ਇਨਸਾਨ ਚਾਹੁੰਦਾ ਤਾਂ ਜਿੱਦਾਂ ਦੱਸਿਆ ਨਾ ਕਾਮਯਾਬੀ ਹੈ, ਪਰ ਉਮੀਦ ਕਾਹਦੀ ਹੁੰਦੀ ਹੈ? ਆ ਕਿਤੇ ਬੁਰਾ ਨਾ ਹੋ ਜਾਵੇ, ਪਤਾ ਨਹੀਂ ਅੱਜ ਰਾਤ ਨੂੰ ਨੀਂਦ ਆਣੀ ਕਿ ਨਹੀਂ ਆਣੀ, ਪਤਾ ਨਹੀਂ ਕੰਮ 'ਚ ਸਫਲਤਾ ਮਿਲਣੀ ਕਿ ਨਹੀਂ ਮਿਲਣੀ। ਸੋਚਦਾ ਬੁਰਾ ਹੈ ਤਾਂ ਚਾਹੁੰਦਾ ਅੱਛਾ ਹੈ, ਕਿੱਦਾਂ ਹੋਏਗਾ? ਹੁਣ ਉਹੀ ਗੱਲ ਹੈ ਨਾ, ਸੋਚੀ ਦੁੱਖ ਬਾਰੇ ਜਾਈਏ ਤਾਂ ਚਾਹੀਏ ਜੀਵਨ 'ਚ ਖੁਸ਼ੀ ਆਵੇ। ਤਾਂ ਚੰਗੇ ਭਲੇ 10 ਆਦਮੀ ਜਿਨ੍ਹਾਂ ਨੂੰ ਕੋਈ ਗਮ ਨਹੀਂ ਸੀ, ਪਰ ਉਹ ਗਮ ਬਾਰੇ, ਦੁੱਖ ਬਾਰੇ ਸੋਚਣ ਨਾਲ ਹੀ ਅੱਧਾ ਘੰਟਾ ਉਹਨਾਂ ਦਾ ਗਮਗੀਨ ਹੋ ਗਿਆ। ਤਾਂ ਉਹ 20 ਆਦਮੀ ਜਿਨ੍ਹਾਂ ਨੂੰ ਕੋਈ ਦੁੱਖ ਨਹੀਂ ਸੀ, ਕੋਈ ਖੁਸ਼ੀ ਨਹੀਂ ਸੀ, ਪਰ ਉਹਨਾਂ ਨੇ ਖੁਸ਼ੀ ਬਾਰੇ ਸੋਚਿਆ ਤਾਂ ਉਹਨਾਂ ਦੀ એનર્ਜੀ ਵੱਧ ਗਈ। ਹੁਣ ਤੁਸੀਂ એનર્ਜੀ ਵਧਾਉਣਾ ਚਾਹੁੰਦੇ ਹੋ, ਘਟਾਣਾ? ਫਿਰ ਅੱਜ ਤੋਂ ਸਾਡੀ ਗੱਲ ਇੱਕ ਮੰਨ ਲਓ ਕਿ ਦੁੱਖ ਬਾਰੇ ਸੋਚਣਾ ਬੰਦ ਕਰ ਦਈਏ। ਜੇ ਦੁੱਖ ਹੈ ਵੀ ਨਾ, ਸੋਚਣਾ ਬੰਦ ਕਰੀਏ। ਇਹ ਸੋਚੀਏ ਕੋਈ ਨਹੀਂ ਅੱਜ ਦੁੱਖ ਹੈ, ਪਰ ਮੈਂ ਦੁੱਖ ਬਾਰੇ ਨਹੀਂ ਸੋਚਣਾ, ਮੈਂ ਸੋਚਣਾ ਆਪਣੇ ਮਾਲਕ ਦੀ ਰਹਿਮਤ ਬਾਰੇ, ਕਿ ਰਹਿਮਤ ਆ ਗਈ, ਆ ਗਈ, ਆ ਗਈ, ਆ ਗਈ, ਆ ਗਈ, ਆ ਗਈ। ਏਦਾਂ ਰਹਿਮਤ ਬਾਰੇ ਸੋਚਣਾ। ਭਾਵੇਂ ਘਰ ਇਕੱਲੇ ਬੈਠੇ ਬੈਠੇ ਕਰ ਲਓ। ਜਦੋਂ ਦੁੱਖ ਵੱਲ ਧਿਆਨ ਜਾਵੇ ਨਾ, ਲੈ ਓਏ ਦੁੱਖ, ਉਹ ਮੇਰੇ ਮਾਲਕ ਖੁਸ਼ੀਆਂ ਦੇਣ ਵਾਲੇ ਉਹ ਖੜੇ ਐ, ਖੁਸ਼ੀ ਆ ਗਈ, ਆ ਗਈ, ਆ ਗਈ, ਆ ਗਈ, ਆਨੰਦ ਆ ਗਿਆ, ਆ ਗਿਆ, ਆ ਗਿਆ, ਆ ਗਿਆ, ਮਜ਼ਾ ਆ ਗਿਆ, ਆ ਗਿਆ, ਆ ਗਿਆ, ਆ ਗਿਆ। ਦੇਖੋ ਆਂਦਾ ਕਿ ਨਹੀਂ ਮਜ਼ਾ? ਉਹ ਧਿਆਨ ਕਿੱਧਰ ਹੈ ਸਾਡਾ? ਤਾਂ ਹੁਣੇ ਹੀ ਬੰਦਾ ਸੋਚੇ ਬਿਮਾਰੀ ਆ ਗਈ, ਆ ਗਈ, ਤਾਂ ਬਿਮਾਰੀਆਂ ਨਹੀਂ ਆਣਾ। ਉਹ ਭੂਤਨੀ ਆ ਗਈ, ਉਹ ਚੜੇਲ ਆ ਗਈ, ਉਹ ਭੂਤ ਆ ਗਿਆ, ਉਹ ਮਸਾਣੀ ਆ ਗਈ, ਭਾਵੇਂ ਹੈ ਵੀ ਨਹੀਂ ਤਾਂ ਵੀ ਉਹਨਾਂ ਨੇ ਆ ਜਾਣਾ ਹੈ। ਕਿਉਂਕਿ ਚੀਜ਼ ਕਿੱਥੇ ਆ? ਸਾਡੀ ਸੋਚ ਅੰਦਰ ਹੈ, ਹਕੀਕਤ 'ਚ ਨਹੀਂ ਹੈ। ਭੂਤ ਕਿਤੇ ਹਕੀਕਤ 'ਚ ਨਹੀਂ ਹੈ। ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ, ਸਾਨੂੰ ਕਿਤੇ ਨਹੀਂ ਭੂਤ ਮਿਲਿਆ। ਪਰ ਇਹੀ ਹੈਰਾਨ ਹੁੰਦੇ ਆ, ਕਈਆਂ ਨੂੰ ਪਤਾ ਨਹੀਂ ਭੂਤ ਪੈਰ ਪੈਰ ਤੇ ਦਿਸਦੇ ਆ। ਔਰ ਹਰ ਪਾਸੇ ਤਾਂ ਰੱਬ ਹੈ, ਹਰ ਪਾਸੇ ਤਾਂ ਸਾਨੂੰ ਪਰਮਾਤਮਾ ਨਜ਼ਰ ਆਉਂਦਾ ਹੈ, ਸਾਨੂੰ ਤਾਂ ਕਿਤੇ ਭੂਤ ਨਜ਼ਰ ਆਇਆ ਨਹੀਂ। ਕਿਉਂਕਿ ਅੰਦਰ ਤੂੰ ਤੇ ਬਾਹਰ ਤੂੰ, ਰੋਮ ਰੋਮ ਵਿੱਚ ਤੂੰ, ਹਰ ਜਗ੍ਹਾ ਤਾਂ ਉਹੀ ਹੈ। ਔਰ ਜਿੱਥੇ ਪਰਮਾਤਮਾ ਹੋਵੇ ਉੱਥੇ ਕੁਛ ਇਦਾਂ ਦੀ ਚੀਜ਼ ਤਾਂ ਹੋ ਹੀ ਨਹੀਂ ਸਕਦੀ, ਹੈ ਹੀ ਨਹੀਂ, ਕਿਉਂਕਿ ਸਾਨੂੰ ਨਹੀਂ ਨਜ਼ਰ ਆਈ। ਅੱਜ ਤੱਕ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਅਸੀਂ,
ਸਾਨੂੰ ਤਾਂ ਕੋਈ ਕਹਿ ਦੇਵੇ ਨਾ ਸ਼ਮਸ਼ਾਨ 'ਚ ਅੱਧੀ ਰਾਤ ਨੂੰ ਭੂਤ ਨੱਚਦੇ ਸੀ, ਅੱਧੀ ਰਾਤ ਨੂੰ ਜਾ ਕੇ ਬਹਿ ਜਾਂਦੇ ਸੀ ਦੇਖਣ ਵਾਸਤੇ ਕਿ ਭਾਈ ਦੇਖ ਲਈਏ ਭੂਤਾਂ ਦਾ ਨਾਚ, ਦੇ ਬੰਦੇ ਤਾਂ ਨੱਚਦੇ ਬਹੁਤ ਦੇਖੇ, ਪਰ ਕਿੱਥੇ। ਕਮਾਲ ਦੀ ਗੱਲ ਹੈ। ਹੁਣ ਇਹ ਭੂਤ ਪ੍ਰੇਤ ਇੱਥੇ ਹੈ, ਬੋਲੋ ਸਮਝਦੇ ਹੋ ਕਿ ਨਹੀਂ। ਜਦੋਂ ਇੱਥੇ ਹੈ ਤਾਂ ਫਿਰ ਮਾੜੀ ਮਾੜੀ ਚੀਜ਼ ਨੇ ਵੀ ਡਰਾਉਣਾ, ਫਿਰ ਦਰਖਤ ਵੀ ਖੜਾ ਹੋਏ ਨਾ, ਉਹ ਭੂਤ ਖੜਾ ਹੈ, ਹਨੇਰੇ 'ਚ ਹੋ ਜਾਂਦਾ ਕਿ ਨਹੀਂ ਏਦਾਂ। ਇੱਕ ਤਾਂ ਫਿਲਮਾਂ ਨੇ ਏਦਾਂ ਦਾ ਕੀਤਾ, ਉਹ ਫਿਲਮਾਂ 'ਚ ਮਿਊਜ਼ਿਕ ਏਦਾਂ ਦਾ ਹੁੰਦਾ ਕਿ ਮਿਊਜ਼ਿਕ ਸੁਣ ਕੇ ਬੰਦਾ ਹੈ। ਇਹ ਡਰਨ ਵਾਲੀਆਂ ਚੀਜ਼ਾਂ ਨਾ ਦੇਖੋ, ਜੋ ਸਾਡੇ ਅੰਦਰ ਡਰ ਪੈਦਾ ਕਰੇ, ਜੋ ਸਾਡੇ ਅੰਦਰ ਨੈਗੇਟਿਵਿਟੀ ਪੈਦਾ ਕਰੇ, ਇਹ ਚੀਜ਼ ਨੂੰ ਬਿਲਕੁਲ ਬੰਦ ਕਰ ਦਿਓ। ਬਲਕਿ ਉਹ ਚੀਜ਼ ਦੇਖੋ, ਉਹ ਚੀਜ਼ ਸੁਣੋ, ਉਹ ਚੀਜ਼ ਪੜ੍ਹੋ ਜਿਹੜੀ ਸਾਡੇ ਅੰਦਰ ਪੋਜ਼ਿਟਿਵਿਟੀ ਲਿਆਵੇ। ਬੋਲੋ ਸਮਝਦੇ ਹੋ ਕਿ ਨਹੀਂ। ਇਹਦਾ ਸੱਚ ਦੱਸਿਓ, ਅੱਜ ਹੀ ਕਰਕੇ ਦੇਖ ਲਿਓ, ਰਾਤ ਨੂੰ ਕੋਈ ਡਰਾਣੀ ਫਿਲਮ ਦੇਖ ਲਿਓ ਤੁਸੀਂ, ਔਰ ਫਿਰ ਦੇਖਿਓ ਰਾਤ ਨੂੰ ਬਾਥਰੂਮ ਜਾਣ ਲੱਗੇ ਵੀ ਡਰ ਲੱਗਣਾ ਤੁਹਾਨੂੰ। ਬੋਲੋ ਹੁੰਦਾ ਕਿ ਨਹੀਂ ਏਦਾਂ। ਤਾਂ ਫਿਰ ਆਪਣੇ ਆਪ ਨੂੰ ਡਰਾਉਣ ਵਾਸਤੇ ਕਿਉਂ ਤਿਆਰੀ ਕਰਨੀ, ਕਿਉਂ ਆਪਣੇ ਆਪ ਨੂੰ ਡਰਾਉਣ ਵਾਲੀਆਂ ਚੀਜ਼ਾਂ ਦੇਖਣੀਆਂ। ਉਹ ਦੇਖਣੀ ਤਾਂ ਬਹਾਦਰ ਬਣਾਉਣ ਵਾਲੀ ਚੀਜ਼ ਦੇਖੋ ਕਿ ਜੋ ਮੇਰੇ ਅੰਦਰ ਹਿੰਮਤ ਪੈਦਾ ਕਰੇ, ਜੋ ਮੇਰੇ ਅੰਦਰ ਹੌਸਲਾ ਪੈਦਾ ਕਰੇ, ਜੋ ਮੇਰੇ ਅੰਦਰ ਸਾਹਸ ਪੈਦਾ ਕਰੇ, ਜੋ ਮੇਰੇ ਅੰਦਰ ਮੇਰੇ ਮਾਲਿਕ ਦਾ ਪ੍ਰੇਮ ਪੈਦਾ ਕਰੇ। ਦੇਖਣਾ ਹੈ ਤਾਂ ਉਹ ਚੀਜ਼ ਦੇਖਣੀ ਹੈ, ਸੁਣਨੀ ਹੈ ਤਾਂ ਉਹ ਚੀਜ਼ ਸੁਣਨੀ ਹੈ, ਕਰਨੀ ਹੈ ਤਾਂ ਉਹ ਚੀਜ਼ ਕਰਨੀ ਹੈ ਜੋ ਮੈਨੂੰ ਬਹਾਦਰ ਬਣਾਵੇ, ਨਾ ਕਿ ਡਰਪੋਕ। ਕਿਉਂਕਿ ਨਿਆਣਿਆਂ ਨੂੰ ਦੇਖਿਆ, ਨਿਆਣੇ ਪਹਿਲਾਂ ਭੂਤ ਦੀ ਫਿਲਮ ਦੇਖਣਗੇ, ਬਾਅਦ ਚੋਂ ਬਾਥਰੂਮ ਜਾਣ ਲੱਗਿਆ ਡਰਨਗੇ ਔਰ ਬਿਸਤਰ ਤੇ ਹੀ। ਤੇ ਪੁੱਛੋ ਕੀ ਗੱਲ ਹੋਈ, ਰਾਤੀ ਭੂਤ ਦੀ ਫਿਲਮ ਦੇਖੀ ਸੀ, ਜ਼ਰੂਰੀ ਦੇਖਣੀ ਹੈ ਕਿ ਆਪਣਾ ਬਿਸਤਰ ਹੀ ਗਿੱਲਾ ਕਰਦਾ ਫਿਰੇ। ਇਹ ਕੋਈ ਬਹਾਦਰੀ ਦੀ ਗੱਲ ਹੈ, ਕਿਉਂਕਿ ਇਦਾਂ ਦੇ ਬੱਚੇ ਵੀ ਦੇਖੇ ਹੈ। ਸੋ ਇਦਾਂ ਦੀਆਂ ਚੀਜ਼ਾਂ ਆਪ ਵੀ ਦੇਖਣੀਆਂ ਬੰਦ ਕਰੋ ਤਾਂ ਆਪਣੇ ਬੱਚਿਆਂ ਨੂੰ ਵੀ ਦਿਖਾਣੀਆਂ, ਕਿਉਂਕਿ ਮਾਈਂਡ ਹੈ, ਮਾਈਂਡ ਨੇ ਜਿਹੜੀ ਚੀਜ਼ ਦੇਖ ਲਈ ਉਹਨੂੰ ਬੜੀ ਜਲਦੀ ਪਕੜ ਲੈਂਦਾ ਹੈ। ਔਰ ਫਿਰ ਇਹਦੀ ਇੱਕ ਆਦਤ ਹੈ, ਚੰਗੀ ਚੀਜ਼ ਨੂੰ ਨਹੀਂ ਜਲਦੀ ਫੜਦਾ, ਬੁਰੀ ਚੀਜ਼ ਨੂੰ ਜਲਦੀ ਪਕੜ ਲੈਂਦਾ ਹੈ। ਹੁਣ ਕਿੰਨੀ ਵਾਰੀ ਗੁਰੂ ਰਹਿਬਰ ਕਹਿੰਦੇ ਹਰ ਜਗ੍ਹਾ ਰੱਬ ਹੈ, ਹਰ ਜਗ੍ਹਾ ਭਗਵਾਨ ਹੈ, ਉਹਨੂੰ ਨਹੀਂ ਪਕੜਦਾ। ਪਰ ਜੇ ਇੱਕ ਵਾਰੀ ਕਹਿ ਦੋ ਨਾ ਉੱਥੇ ਭੂਤ ਹੈ, ਬਸ ਉਹ ਚੀਜ਼ ਫੜ ਲੈਣੀ, ਸ਼ਮਸ਼ਾਨ 'ਚ ਭੂਤ ਹੈ ਉਹ ਫੜ ਲੈਣੀ। ਤੇ ਇਹ ਨਹੀਂ ਸੁਣਨਾ ਕਿ ਗੁਰੂ ਰਹਿਬਰ ਕੀ ਕਹਿੰਦੇ ਕਿ ਹਰ ਜਗ੍ਹਾ ਉਹ ਪਰਮਾਤਮਾ ਭਗਵਾਨ ਹੈ, ਉੱਤੇ ਯਕੀਨ ਨਹੀਂ ਕਰਨਾ, ਮਾੜੀ ਚੀਜ਼ ਤੇ ਯਕੀਨ ਕਰ ਲੈਣਾ। ਬੋਲੋ ਸਮਝਦੇ ਹੋ ਕਿ ਨਹੀਂ। ਐਸੇ ਕਈ ਵਾਰ ਤਾਂ ਨਿੰਬੂਆਂ ਤੇ ਯਕੀਨ ਕਰਨ ਕਿ ਪਿਆ ਹੋਵੇ ਤਾਂ ਸੋਚੋ ਨਿੰਬੂ ਅੰਦਰ ਵੀ ਤਾਂ ਪਰਮਾਤਮਾ ਹੈ, ਲੈ ਇਹਨਾਂ ਕੀ ਮੇਰਾ ਵਿਗਾੜ ਲੈਣਾ ਯਾਰ, ਇਹਦੇ ਅੰਦਰ ਵੀ ਤਾਂ ਰੱਬ ਹੀ ਹੈ ਨਾ। ਜੇ ਰੱਬ ਸਮਝ ਲੈ ਤਾਂ ਉਹਦੇ ਅੰਦਰੋਂ ਵੀ, ਨਾਮਦੇਵ ਜੀ ਨੂੰ ਕੁੱਤੇ 'ਚ ਨਹੀਂ ਮਿਲਿਆ, ਦੌੜੇ ਨਾ ਕੁੱਤੇ ਮਗਰ। ਇਦਾਂ ਦੀਆਂ ਕਈ ਜੀਂਦੀਆਂ ਜਾਗਦੀਆਂ ਮਿਸਾਲਾਂ ਹੈ ਦੁਨੀਆ ਤੇ ਕਿ ਧੰਨੇ ਨੇ ਪੱਥਰ ਅੰਦਰੋਂ ਹੀ ਪਾ ਲਿਆ ਕਿ ਨਹੀਂ ਰੱਬ ਨੂੰ। ਹੁਣ ਦੱਸਣਾ ਕੀ ਚਾਹੁੰਦੇ ਆ ਕਿ ਇਹ ਤਾਂ ਆਪਣਾ ਵਿਸ਼ਵਾਸ ਹੈ। ਜੇ ਇਨਸਾਨ ਦਾ ਯਕੀਨ ਹੋਵੇ, ਵਿਸ਼ਵਾਸ ਹੋਵੇ ਤਾਂ ਪੱਥਰ 'ਚੋਂ ਵੀ ਉਹਨੂੰ ਰੱਬ ਹੀ ਦੀਦਾ ਹੈ। ਤਾਂ ਜਿਹਨੂੰ ਵਿਸ਼ਵਾਸ ਹੀ ਨੈਗੇਟਿਵਿਟੀ ਤੇ ਹੋਵੇ, ਪੱਥਰ ਵੀ ਪਿਆ ਹੋਵੇ ਨਾ ਭੂਤ ਹੀ ਹੈ। ਉਹ ਸਮਝਦੇ ਹੋ। ਇਸ ਕਰਕੇ ਜੇ ਸੋਚਣਾ ਹੀ ਹੈ ਤਾਂ ਫਿਰ ਆਪਣੀ ਜੀਵਨ 'ਚ ਉਹ ਸੋਚਾਂ ਨਾਲ ਜੁੜੀਏ ਜੋ ਖੁਸ਼ੀ ਦੇਵੇ, ਜੋ ਆਨੰਦ ਦੇਵੇ, ਜੋ ਸਾਹਸ ਦੇਵੇ, ਜੋ ਸਾਨੂੰ ਆਨੰਦ ਨਾਲ ਭਰਪੂਰ ਕਰੇ। ਸੋਚ ਨੂੰ ਉੱਥੇ ਰੱਖੋ, ਨਹੀਂ ਤਾਂ ਉਹੀ ਹਾਲ ਹੋਣਾ ਹੈ ਜਿਹਦਾ ਉਹ ਐਕਸਪੈਰੀਮੈਂਟ ਹੋਇਆ ਕਿ 10 ਬੰਦੇ ਰੋ ਰਹੇ ਹੈ, ਹਾਲਾਂਕਿ ਉੱਥੇ ਕੋਈ ਦੁੱਖ, ਕਿਸੇ ਨੇ ਉਹਨਾਂ ਦੇ ਦੰਦੀ ਨਹੀਂ ਵੱਢੀ ਸੀ ਜਾਂ ਕਿਸੇ ਨੇ ਉਹਨਾਂ ਨੂੰ ਕੋਈ ਚਪੇੜ ਨਹੀਂ ਮਾਰੀ ਸੀ ਕਿ ਰੋਣ, ਸਿਰਫ ਸੋਚ ਕੀਤੀ ਸੀ। ਸੋਚ ਕਿ ਮੈਂ ਦੁੱਖ ਨੂੰ ਯਾਦ ਕਰ ਰਿਹਾ, ਕਿਤੇ ਇਦਾਂ ਨਾ ਹੋ ਜਾਵੇ। ਅੱਜ ਬੰਦਾ ਵੀ ਸੋਚੀ ਜਾਵੇ ਕਿਤੇ ਇਦਾਂ ਨਾ ਹੋ ਜਾਵੇ, ਕਿਤੇ ਮੇਰੀ ਦੁਕਾਨ ਦੇ ਨਾਲ ਇਦਾਂ ਹੋ ਜਾਵੇ, ਕਿਤੇ ਮੇਰਾ ਕੰਮ ਨਾ ਇਦਾਂ ਹੋ ਜਾਵੇ। ਹੁਣ ਇਹ ਖਾਵਾਂ ਖਾ ਦੀਆਂ ਸੋਚਾਂ ਜਿਹਨੂੰ ਸੋਚ ਕੇ ਬੰਦਾ ਦੁਖੀ ਹੁੰਦਾ ਰਹਿੰਦਾ ਹੈ। ਫਿਰ ਬੰਦਾ ਕਿਉਂ ਨਹੀਂ ਸੋਚਦਾ ਕਿ ਜਦੋਂ ਮਨ ਕਵੇ ਕਿ ਉਹ ਨਹੀਂ ਹੋ ਸਕਦਾ ਮੇਰੇ ਨਾਲ ਮਾੜਾ, ਕਿਉਂਕਿ ਮੇਰਾ ਮਾਲਿਕ ਮੇਰਾ ਬੁਰਾ ਕਦੀ ਹੋ ਹੀ ਨਹੀਂ ਸਕਦਾ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਜੋ ਹੋਏਗਾ ਅੱਛਾ ਹੋਏਗਾ, ਕਿਉਂਕਿ ਮੇਰਾ ਮਾਲਿਕ ਉਹ ਜਦ ਐਡਾ ਵੱਡਾ ਮਾਲਿਕ, ਐਡੀ ਵੱਡੀ ਸ਼ਕਤੀ ਮੇਰੇ ਨਾਲ ਹੈ ਤਾਂ ਕਿਹਦੀ ਹਿੰਮਤ ਹੈ ਜੋ ਮੇਰਾ ਬੁਰਾ ਕਰ ਸਕੇ। ਇਦਾਂ ਦਾ ਵਿਸ਼ਵਾਸ ਕਰੋ ਆਪਣੇ ਅੰਦਰ ਪੈਦਾ, ਇਦਾਂ ਦੀ ਮੁਹੱਬਤ ਕਰੋ ਆਪਣੇ ਅੰਦਰ ਪੈਦਾ। ਇਸ ਲਈ ਨਾ ਭਰਮਾਂ ਨੂੰ ਅੱਜ ਤੋਂ ਕਹਿ ਦਿਓ ਛੱਡਣਾ ਕਿ ਨਹੀਂ। ਵਿਸ਼ਵਾਸ ਕਰੋ ਮਾਲਿਕ ਤੇ, ਉਹਦੀ ਰਹਿਮਤ ਹੈ ਕਿ ਹਰ ਜਗ੍ਹਾ, ਹਰ ਪਲ, ਹਰ ਘੜੀ ਮੇਰਾ ਮਾਲਿਕ ਔਰ ਹਰ ਜਗ੍ਹਾ ਮੇਰਾ ਮਾਲਿਕ ਹੀ ਹੈ। ਔਰ ਜਿੱਥੇ ਮੇਰਾ ਮਾਲਿਕ ਉੱਥੇ ਬੁਰਾ ਕੁਛ, ਔਰ ਮੈਂ ਮੰਨਦਾ ਹੀ ਨਹੀਂ ਬੁਰਾ ਹੈ। ਜਿੱਦਾਂ ਰਬੀਆ ਬਸਰੀ ਇੱਕ ਫਕੀਰ ਔਰਤ ਸੀ, ਕਿਸੇ ਨੇ ਪੁੱਛਿਆ ਰਬੀਆ ਨੂੰ, ਉਹ ਵੀ ਫਕੀਰ ਸੀ ਅੱਗੇ, ਜਿਹਦਾ ਨਾਮ ਸੀ ਹਸਨ ਬਸਰੀ। ਹਸਨ ਨੇ ਪੁੱਛਿਆ ਕਿ ਰਬੀਆ ਤੂੰ ਸ਼ੈਤਾਨ ਤੋਂ ਡਰਦੀ ਹੈ? ਕਿਉਂਕਿ ਮੈਨੂੰ ਤਾਂ ਸ਼ੈਤਾਨ ਤੋਂ ਬੜਾ ਡਰ ਲੱਗਦਾ ਹੈ। ਤਾਂ ਰਬੀਆ ਮੁਸਕਰਾਈ, ਉਹ ਕਹਿੰਦੀ ਸ਼ੈਤਾਨ? ਕਿਹੜਾ ਸ਼ੈਤਾਨ? ਕੌਣ ਸ਼ੈਤਾਨ? ਕਹਿੰਦੀ ਮੈਂ ਆਪਣੀ ਇਬਾਦਤ ਦੀ ਨਜ਼ਰ ਨਾਲ ਸਾਰੇ ਪਾਸੇ ਦੇਖ ਲਿਆ, ਮੈਨੂੰ ਕਿਤੇ ਸ਼ੈਤਾਨ ਮਿਲਿਆ ਨਹੀਂ, ਮੈਨੂੰ ਤਾਂ ਹਰ ਜਗ੍ਹਾ ਮੇਰਾ ਖੁਦਾ ਹੀ ਮਿਲਿਆ, ਕਿਉਂਕਿ ਉਹ ਤੋਂ ਸਿਵਾ ਹੋਰ ਹੈ ਹੀ ਨਹੀਂ। ਤਾਂ ਸ਼ੈਤਾਨ ਤੋਂ ਡਰਨਾ ਕੀ, ਜਿਹੜੀ ਚੀਜ਼ ਹੈ ਹੀ ਨਹੀਂ ਉਹ ਤੋਂ ਡਰਨਾ ਕੀ। ਡਰਿਆ ਉਹ ਤੋਂ ਜਾਂਦਾ ਜੋ ਹੋਵੇ। ਉਹ ਜਿੱਥੇ ਖੁਦਾ ਹੋਵੇ, ਉਹਦੀ ਰਹਿਮਤ ਹੋਵੇ, ਉੱਥੇ ਸ਼ੈਤਾਨ ਦਾ ਕੀ ਕੰਮ।
ਫਿਰ ਕਵਾਂਗੇ। ਹੁਣ ਇਹ ਤਾਂ ਸਾਡੇ ਤੇ ਹੈ ਨਾ, ਆਪਣੇ ਵਿਸ਼ਵਾਸ ਤੇ ਹੈ ਕਿ ਅਸੀਂ ਮੰਨੀਏ ਸ਼ੈਤਾਨ ਵੀ ਹੈ, ਭਗਵਾਨ ਵੀ ਹੈ, ਅਸੀਂ ਮੰਨੀਏ ਰੱਬ ਵੀ ਹੈ ਤਾਂ ਬੁਰਾ ਵੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਉਹ ਜੇ ਮੰਨਣਾ ਹੀ ਹੈ ਤਾਂ ਕਿਉਂ ਨਾ ਇੱਕੋ ਹੀ ਨੂੰ ਮੰਨ ਲਈਏ ਕਿ ਇੱਕ ਓਂਕਾਰ ਇੱਕੋ ਹੀ ਹੈ, ਉਹ ਤੋਂ ਸਿਵਾ ਹੋਰ ਕੋਈ ਬੁਰਾ, ਕੋਈ ਮਾੜਾ, ਹਰ ਪਾਸੇ ਅੱਛਾਈ ਹੀ। ਫਿਰ ਇਹ ਮੰਨੀਏ, ਵਿਸ਼ਵਾਸ ਕਰੀਏ। ਜਰਾ ਸੋਚ ਕੇ ਦੇਖੋ, ਇੱਕ ਗੱਲ ਦਾ ਆਪ ਜਵਾਬ ਦਿਓ ਦਿਲੋਂ ਸੋਚ ਕੇ, ਕਿਉਂਕਿ ਤੁਸੀਂ ਸਾਰੇ ਹੀ ਸਾਨੂੰ ਪਤਾ ਹੈ, ਮਾਲਕਾਂ ਦੇ ਪਿਆਰੇ ਹੋ, ਅਕਲਮੰਦ ਹੋ, ਸਮਝਦਾਰ ਬੈਠੇ ਹੋ। ਆਪ ਸੋਚ ਕੇ ਦੇਖੋ ਕਿ ਜੇ ਅਸੀਂ ਇੱਥੇ ਮੰਨ ਲਈਏ ਕਿ ਹਰ ਜਗ੍ਹਾ ਪਰਮਾਤਮਾ ਹੀ ਹੈ, ਕਿਸੇ ਪਾਸੇ ਕੋਈ ਬੁਰਾ ਨਹੀਂ ਹੈ, ਕੋਈ ਸ਼ੈਤਾਨ ਨਹੀਂ ਹੈ, ਤਾਂ ਫਿਰ ਕੋਈ ਡਰ ਰਹਿ ਜਾਏਗਾ, ਕੋਈ ਚਿੰਤਾ ਰਹਿ ਜਾਏਗੀ, ਕੋਈ ਫਿਕਰ ਰਹਿ ਜਾਏਗੀ? ਫਿਰ ਜ਼ਿੰਦਗੀ ਵਧੀਆ ਨਹੀਂ ਹੋ ਜਾਏਗੀ, ਫਿਰ ਜ਼ਿੰਦਗੀ ਆਸਾਨ ਨਹੀਂ ਹੋ ਜਾਏਗੀ, ਫਿਰ ਡਰ ਰਹਿ ਜਾਏਗਾ। ਆ ਨਿੰਬੂ ਕੀ ਕਰ ਰਿਹਾ, ਸੰਧੂਰ ਕੀ ਕਰ ਰਿਹਾ ਹੈ, ਚੂੜੀਆਂ ਲਾਲ ਕੀ ਕਰ ਰਹੀਆਂ, ਜਾਦੂ ਟੂਣੇ ਕੀ ਕਰ ਰਹੇ, ਕਾਹਦਾ ਡਰ ਰਹਿ ਜਾਏਗਾ ਜੇ ਹਰ ਜਗ੍ਹਾ? ਤਾਂ ਜੇ ਅਸੀਂ ਇਹ ਵਿਸ਼ਵਾਸ ਕਰ ਸਕਦੇ ਤਾਂ ਇਹ ਮਾੜੀਆਂ ਚੀਜ਼ਾਂ ਤੇ ਵਿਸ਼ਵਾਸ ਕਿਉਂ ਕਰਨਾ? ਇਸ ਕਰਕੇ ਬਦਲੋ ਆਪਣੀ ਸੋਚ ਨੂੰ, ਕਿਉਂਕਿ ਅੱਜ ਬਦਲਾਵ ਜ਼ਰੂਰੀ ਹੈ। ਤਾਂ ਹੀ ਇੱਥੇ ਕਬੀਰ ਸਾਹਿਬ ਕਹਿੰਦੇ ਸੱਚਾ ਗੁਰੂ ਉਹੀ ਭਰਮ ਨਿਵਾਰਨ। ਔਰ ਅਸੀਂ ਇਹੀ ਕੋਸ਼ਿਸ਼ ਕਰ ਰਹੇ ਕਿ ਤੁਹਾਨੂੰ ਸਾਰੇ ਭਰਮਾਂ ਚੋਂ ਕੱਢ ਦਈਏ। ਔਰ ਦੂਜੀ ਗੱਲ ਉਹਨਾਂ ਕਿ ਭੈ ਹਰਨ, ਕਿ ਸਾਡੇ ਅੰਦਰ ਜਿੰਨੇ ਵੀ ਭੈ ਹੈ, ਜਿੰਨੇ ਵੀ ਡਰ ਹੈ, ਉਹ ਗੁਰੂ ਉਹ ਹੁੰਦਾ ਹੈ ਜਿਹੜਾ ਆਪਣੇ ਸ਼ਬਦਾਂ ਦੇ ਜ਼ਰੀਏ ਸਾਡੇ ਅੰਦਰਲੇ ਸਾਰੇ ਡਰ ਹੀ ਖਤਮ ਕਰ ਦੇਵੇ। ਇਹ ਗੁਰੂ ਦੀ ਨਿਸ਼ਾਨੀ ਹੈ। ਇਹ ਨਹੀਂ ਕਿ ਉਹਨੂੰ ਗੀਤਾ ਦੇ ਸ਼ਲੋਕ ਕਿੰਨੇ ਯਾਦ ਹੈ, ਉਹਨੂੰ ਮੰਤਰ ਕਿੰਨੇ ਯਾਦ ਹੈ, ਕੁਰਾਨ ਦੀਆਂ ਆਇਤਾਂ ਕਿੰਨੀਆਂ ਯਾਦ ਹੈ। ਹੁਣ ਇਦਾਂ ਤਾਂ ਕਿੰਨੇ ਵੀ ਯਾਦ ਕਰ ਲਓ, ਤੁਸੀਂ ਮੂੰਹ ਜ਼ੁਬਾਨੀ ਯਾਦ ਕਰ ਲਓਗੇ, ਪਰ ਕੀ ਫਾਇਦਾ ਜੇ ਤੁਸੀਂ ਦੂਜਿਆਂ ਦੇ ਮੂੰਹ ਭਰਮਾਂ ਚੋਂ ਨਾ ਕੱਢ ਪਾਏ, ਜੇ ਦੂਜਿਆਂ ਦੇ ਅੰਦਰ ਡਰ ਨੂੰ ਨਾ ਖਤਮ ਕਰ ਪਾਏ, ਤਾਂ ਫਿਰ ਕੀ ਫਾਇਦਾ ਉਹ ਗਿਆਨ ਦਾ? ਜਿੱਦਾਂ ਹੁਣ ਇਦਾਂ ਹੀ ਹੈ, ਸਮਝ ਲਓ ਕਿ ਇੱਕ ਨੌਜਵਾਨ ਕਹਿੰਦਾ ਕਿ ਜਿਮ 'ਚ ਮੈਂ ਨਾ 1.5 ਕੁਆਂਟਲ weight ਚੱਕਦਾ ਆ। ਸਮਝਦੇ ਹੋ ਕਿ ਨਹੀਂ? ਜਿਮ 'ਚ ਮੈਂ ਕੁਆਂਟਲ weight, 1.5 ਕੁਆਂਟਲ weight ਚੱਕਦਾ, ਤੁਰਿਆ ਜਾ ਰਿਹਾ ਤਾਂ ਸਾਹਮਣੇ ਇੱਕ ਬਜ਼ੁਰਗ ਵਿਚਾਰਾ ਨਾ ਗਠਰੀ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਹ ਨੌਜਵਾਨ ਕੋਲ ਦੀ ਲੰਘ ਗਿਆ। ਤਾਂ ਫਿਰ ਬੰਦਾ ਕਹਿੰਦਾ ਸ਼ਰਮ ਕਰ, ਉਹ ਕੀ ਫਾਇਦਾ 1.5 ਕੁਆਂਟਲ weight ਤੂੰ ਵਜਨ ਚੱਕਦਾ ਹੈ ਜਿਮ 'ਚ, ਜੇ ਇੱਕ ਬਜ਼ੁਰਗ ਦਾ ਵਜਨ ਨਾ ਚੁਕਾ ਸਕਿਆ ਤਾਂ ਉਹ ਤੇਰੀ ਤਾਕਤ ਦਾ ਕੀ ਫਾਇਦਾ, ਉਹ ਤੇਰੀ ਸ਼ਕਤੀ ਦਾ ਕੀ ਫਾਇਦਾ, ਉਹ ਤਾਕਤ ਦਾ ਕੀ ਫਾਇਦਾ ਜਿਹੜੀ ਸਹੀ ਜਗ੍ਹਾ ਕੰਮ। ਤਾਕਤ ਵਧਾਈ ਇਸ ਲਈ ਜਾਂਦੀ ਕਿ ਅਸੀਂ ਦੂਜਿਆਂ ਦੀ ਹੈਲਪ, ਅਸੀਂ ਦੂਜਿਆਂ ਦੀ ਮਦਦ ਕਰ ਸਕੀਏ, ਦੂਜਿਆਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਸਕੀਏ, ਦੂਜਿਆਂ ਦੀ ਜੀਣ 'ਚ ਸਹਾਇਤਾ ਕਰ ਸਕੀਏ। ਇਸੇ ਲਈ ਪ੍ਰਮਾਤਮਾ ਸਾਨੂੰ ਤਾਕਤ ਦਿੰਦਾ ਹੈ। ਤਾਂ ਕੀ ਫਾਇਦਾ ਕਿ ਪਲੇਟਾਂ ਤਾਂ ਅਸੀਂ ਕੁਆਂਟਲ ਦੀਆਂ ਚੱਕ ਲੈਂਦੇ ਆ, ਡੰਬਲ ਤਾਂ ਅਸੀਂ 50-50 ਕਿਲੋ ਚੱਕ ਲੈਂਦੇ ਆ, ਪਰ ਕਿਸੇ ਦਾ ਬੋਝ ਨਾ ਚੱਕ ਸਕੀਏ, ਕਿਸੇ ਦੀ ਮਦਦ ਨਾ ਕਰ ਸਕੀਏ, ਕਿਸੇ ਨੂੰ ਸਹਾਰਾ ਨਾ ਦੇ ਸਕੀਏ, ਤਾਂ ਜਿਮ ਦੀ ਤਾਕਤ ਦਾ ਕੀ ਫਾਇਦਾ? ਬੋਲੋ ਸਮਝਦੇ ਹੋ ਕਿ ਨਹੀਂ? ਕਿਉਂ ਕਈ ਵਾਰ ਦੇਖਦੇ ਆ, ਬੰਦਾ ਕਹਿੰਦਾ ਮੈਂ ਤਾਂ ਜੀ ਇੰਨੇ ਦੀ ਡੈਡ ਲਿਫਟ ਕਰਦਾ ਹਾਂ, ਮੈਂ ਇੰਨਾ ਵਜਨ ਚੱਕਦਾ ਹੈ, ਪਰ ਸਿਲੰਡਰ ਚੱਕ ਕੇ ਪੌੜੀਆਂ ਚੜ੍ਹ ਨਹੀਂ ਹੁੰਦਾ, ਮਾਂ ਦਾ ਕੰਮ ਹੁੰਦਾ ਨਹੀਂ, ਤਾਂ ਕੀ ਫਾਇਦਾ? ਮੈਂ ਜੀ ਇੰਨੇ ਦੀ ਨਾ ਡੰਡ ਬੈਠਕਾਂ ਮਾਰਦਾ ਆ, 60-60 ਕਿਲੋ, 80-80 ਕਿਲੋ ਦੀ ਨਾ ਮੈਂ ਪਲੇਟ ਰੱਖ ਕੇ ਮੰਡੇ ਤੇ 20 ਬੈਠਕਾਂ ਕੱਢਦਾ। ਕੀ ਫਾਇਦਾ ਬੈਠਕਾਂ ਕੱਢਣ ਦਾ ਜੇ ਮਾਂ ਨੇ ਕਿਹਾ ਪੁੱਤ ਚੱਕ ਕੇ ਸਿਲੰਡਰ ਨਾ ਕੋਠੇ ਤੇ ਰੱਖ ਦੇ? ਮੰਮੀ ਮੇਰੇ ਤੋਂ ਭਾਰਾ, ਮੇਰੇ ਤੋਂ ਨਹੀਂ ਚੱਕਣਾ। ਕੀ ਫਾਇਦਾ ਤੇਰੀ ਤਾਕਤ ਦਾ? ਮਾਂ ਦੇ ਕੰਮ ਨਾ ਆਈ, ਘਰ ਦੇ ਕੰਮ ਨਾ ਆਈ, ਕਿਸੇ ਹੋਰ ਦੇ ਕੰਮ ਨਾ ਆਈ, ਯਾਨੀ ਉਹਦੀ ਹੈਲਪ ਨਾ ਕੀਤੀ। ਬੋਲੋ ਸਮਝਦੇ ਹੋ ਕਿ ਨਹੀਂ? ਅਸੀਂ ਕਹਿੰਦੇ ਜੇ ਤੁਹਾਡੀ એનર્ਜੀ ਵੱਧਦੀ ਹੈ ਨਾ, એનર્ਜੀ ਦੇ ਨਾਲ ਨਾਲ ਜੇ ਤੁਹਾਡੀ ਤਾਕਤ ਵੱਧਦੀ ਹੈ, ਤਾਂ ਤਾਕਤ ਦੇ ਨਾਲ ਨਾਲ ਤੁਹਾਡੀ ਜ਼ਿੰਮੇਵਾਰੀ ਵੀ ਵੱਧਦੀ ਹੈ। ਕਿ ਮੇਰੀ ਤਾਕਤ ਵਧੀ ਹੈ ਤਾਂ ਜ਼ਿੰਮੇਵਾਰੀ ਵਧੀ ਕਿ ਜਿੰਨਿਆਂ ਨੂੰ ਹੋ ਸਕਾਂ ਮੈਂ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂ, ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂ, ਉਹਨਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਾਂ, ਗਿਰਦਿਆਂ ਹੋਇਆਂ ਨੂੰ ਸਹਾਰਾ ਦੇ ਕੇ ਖੜਾ ਕਰਨ ਦੀ ਕੋਸ਼ਿਸ਼ ਕਰਾਂ। ਫਿਰ ਇਹ ਤਾਕਤ ਦਾ ਫਾਇਦਾ ਹੈ। ਤਾਂ ਕੀ ਫਾਇਦਾ ਉਹ ਤਾਕਤ ਦਾ? ਕੀ ਫਾਇਦਾ ਉਹ ਸ਼ਲੋਕਾਂ ਨੂੰ ਯਾਦ ਕਰਨ ਦਾ? ਕੀ ਫਾਇਦਾ ਮੰਤਰਾਂ ਨੂੰ ਯਾਦ ਕਰਨ ਦਾ? ਕੀ ਫਾਇਦਾ ਉਹ ਕਿਤਾਬਾਂ ਨੂੰ ਯਾਦ ਕਰਨ ਦਾ ਜੇ ਅਸੀਂ ਕਿਸੇ ਦਾ ਡਰ ਨਾ ਦੂਰ ਕਰ ਪਾਏ, ਕਿਸੇ ਦਾ ਭਰਮ ਨਾ ਦੂਰ ਕਰ ਪਾਏ, ਕਿਸੇ ਨੂੰ ਭੁਲੇਖਿਆਂ ਚੋਂ ਨਾ ਕੱਢ ਪਾਏ, ਕਿਸੇ ਦੀ ਬੈਟਰੀ ਨੂੰ ਚਾਰਜ ਨਾ ਕਰ ਪਾਏ? ਤਾਂ ਕੀ ਫਾਇਦਾ ਤਾਕਤ ਦਾ? ਆ ਬੈਟਰੀ ਚਾਰਜ ਕਰ ਰਹੇ ਤੁਹਾਡੀ, ਹੁੰਦੇ ਹੋ ਕਿ ਨਹੀਂ ਚਾਰਜ? ਇਸ ਕਰਕੇ ਭਰਮ ਨਿਵਾਰਨ ਭੈ ਹਰਨ, ਭਰਮਾਂ ਨੂੰ ਨਿਵਾਰਨਾ ਔਰ ਸਾਡੇ ਅੰਦਰਲੇ ਡਰਾਂ ਨੂੰ, ਸਾਡੇ ਅੰਦਰਲੇ ਡਰ ਨੂੰ ਦੂਰ ਕਰਨਾ ਔਰ ਦੂਰ ਕਰੇ ਸੰਦੇਹ। ਔਰ ਕਹਿੰਦੇ ਤੀਸਰਾ ਗੁਣ ਕੀ ਹੈ ਕਿ ਸਾਡੇ ਜਿੰਨੇ ਵੀ ਸੰਦੇਹ ਹੈ ਉਹ ਸਾਰੇ ਦੂਰ ਕਰ ਦੇਣੇ। ਸੰਦੇਹ ਯਾਨੀ ਸ਼ੰਕਾਵਾਂ, ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰ ਦੇਣਾ, ਇਹ ਗੁਰੂ ਦਾ ਕੰਮ ਹੁੰਦਾ ਹੈ। ਇਹੀ ਹੁੰਦਾ ਸੱਚਾ ਸਤਿਗੁਰ। ਜਿਹਦੇ ਅੰਦਰ ਇਹ ਗੁਣ ਹੈ, ਕਬੀਰ ਸਾਹਿਬ ਕਹਿੰਦੇ ਉਹਨੂੰ ਗੁਰੂ ਬਣਾਈ। ਇਹ ਨਾ ਦੇਖੀ ਇਹਨੂੰ ਕਿਤਾਬ ਆਂਦੀ ਹੈ ਕਿ ਨਹੀਂ ਆਂਦੀ, ਇਹਨੂੰ ਮੰਤਰ ਆਂਦੇ ਜਾਂ ਨਹੀਂ ਆਂਦੇ, ਇਹਨੂੰ ਸ਼ਲੋਕ ਆਂਦੇ ਆ ਜਾਂ ਨਹੀਂ ਆਂਦੇ। ਇਹ ਦੇਖਣਾ ਕਿ ਇਹ ਗੁਣ ਗੁਰੂ ਦੇ ਹੋਣੇ ਚਾਹੀਦੇ ਹੈ ਕਿ ਉਹ ਸਾਨੂੰ ਭਰਮਾਂ ਚੋਂ ਕੱਢ ਸਕੇ, ਸਾਡੇ ਭੈ ਨੂੰ ਦੂਰ ਕਰ ਸਕੇ, ਭੈ ਯਾਨੀ ਡਰ ਨੂੰ ਦੂਰ ਕਰ ਸਕੇ, ਔਰ ਸਾਡੀਆਂ ਸ਼ੰਕਾਵਾਂ ਨੂੰ ਖਤਮ ਕਰਕੇ ਸਾਨੂੰ ਆਪਣੇ ਰੱਬ ਤੇ ਤਾਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿਖਾ ਸਕੇ। ਕਿਉਂਕਿ
ਜਿਹੜੇ ਬੰਦੇ ਨੂੰ ਸ਼ੰਕਾ ਹੈ ਨਾ ਕਿ ਹੈ ਨਹੀਂ ਕੋਈ ਰੱਬ, ਜਾਂ ਜਿਹਨੂੰ ਸ਼ੰਕਾ ਹੈ ਕਿ ਮੈਂ ਨਹੀਂ ਕਰ ਸਕਦਾ, ਇਦਾਂ ਦਾ ਇਨਸਾਨ ਕਦੀ ਕਾਮਯਾਬ, ਕਿਉਂਕਿ ਕਾਮਯਾਬ ਹੋਣ ਵਾਸਤੇ ਇਹ ਗੱਲ ਯਾਦ ਰੱਖਣਾ, ਕਾਮਯਾਬ ਹੋਣ ਵਾਸਤੇ ਤੈਨੂੰ ਆਪਣੇ ਆਪ ਤੇ ਤਾਂ ਆਪਣੇ ਰੱਬ ਤੇ ਯਕੀਨ ਹੋਣਾ ਬਹੁਤ ਹੀ ਜ਼ਰੂਰੀ ਹੈ ਕਿ ਮੈਨੂੰ ਆਪਣੇ ਤੇ ਵੀ ਯਕੀਨ ਹੈ ਕਿ ਮੈਂ ਕਰ ਸਕਦਾ ਆ, ਔਰ ਮੈਨੂੰ ਆਪਣੇ ਰੱਬ ਤੇ ਵੀ ਯਕੀਨ ਹੈ ਕਿ ਮੈਨੂੰ ਕਰਨ ਦੀ ਤਾਕਤ ਦੇਗਾ, ਮੈਨੂੰ ਸਫਲਤਾ ਜ਼ਰੂਰ। ਔਰ ਇਦਾਂ ਦੀ ਸੋਚ ਵਾਲੇ ਇਨਸਾਨ ਨੂੰ ਫਿਰ ਉਹ ਬੜੀ ਤੋਂ ਬੜੀ ਮੰਜ਼ਿਲ ਮਿਲ ਜਾਂਦੀ ਹੈ ਜਿਹਦੇ ਬਾਰੇ ਕੋਈ ਸੋਚ ਨਹੀਂ ਸਕਦਾ। ਇਦਾਂ ਦੇ ਵਿਸ਼ਵਾਸ ਕਰਨ ਵਾਲੇ ਉਹ ਮੰਜ਼ਿਲ ਤੇ ਖੜ ਜਾਂਦੇ ਆ ਜਾ ਕੇ। ਸਮਝਦੇ ਹੋ ਕਿ ਨਹੀਂ? ਇੱਕ ਬੰਦਾ ਕਹਿੰਦਾ ਮੈਂ ਸੋਚਦਾ ਪਤਾ ਨਹੀਂ ਮੰਜ਼ਿਲ ਮਿਲਣੀ ਕਿ ਨਹੀਂ ਮਿਲਣੀ, ਉਹ ਸੋਚਦਾ ਹੀ ਰਹਿੰਦਾ ਹੈ, ਤਾਂ ਵਿਸ਼ਵਾਸ ਕਰਨ ਵਾਲੇ ਉੱਥੇ ਪਹੁੰਚ ਜਾਂਦੇ ਆ। ਉਹ ਕਹਿੰਦੇ ਦੇਖ ਤੂੰ ਸੋਚ ਰਿਹਾ ਸੀ ਤੇ ਅਸੀਂ ਮੰਜ਼ਿਲ ਨੂੰ ਪਾ ਲਿਆ। ਪਰ ਮੰਜ਼ਿਲ ਏਦਾਂ ਨਹੀਂ ਮਿਲਦੀ, ਉਹਦੇ ਵਾਸਤੇ ਸਾਹਸ ਨਾਲ, ਵਿਸ਼ਵਾਸ ਨਾਲ ਕਦਮ। ਹੁਣ ਇੱਥੇ ਕਿਸੇ ਨੂੰ ਕੋਈ ਦੁੱਖ ਹੋਵੇ, ਕਿਸੇ ਨੂੰ ਕੋਈ ਤਕਲੀਫ ਹੋਵੇ, ਕਿ ਸੋਚਦਾ ਹੀ ਰਹਿੰਦਾ ਹੈ ਹਾਏ ਪਤਾ ਨਹੀਂ ਮੇਰਾ ਦੁੱਖ ਦੂਰ ਹੋਣਾ ਜਾਂ ਨਹੀਂ ਹੋਣਾ, ਤਾਂ ਦੂਜਾ ਪਤਾ ਕੀ ਕਹਿੰਦਾ, ਉਹ ਦੇਖ ਤੂੰ ਸੋਚ ਹੀ ਰਿਹਾ ਸੀ ਤਾਂ ਮੈਂ ਆਪਣੇ ਮਾਲਿਕ ਦੇ ਰਹਿਮਤ ਨਾਲ, ਵਿਸ਼ਵਾਸ ਨਾਲ ਇਹ ਦੁੱਖ ਨੂੰ ਮਿਟਾ ਕੇ ਅੱਜ ਖੁਸ਼ੀਆਂ ਦੀ ਮੰਜ਼ਿਲ ਨੂੰ ਪਾ ਵੀ ਲਿਆ। ਉਹ ਸਮਝਦੇ ਹੋ ਕਿ ਨਹੀਂ? ਇਸ ਲਈ ਸਿਰਫ ਸੋਚਣ ਵਾਲੇ ਨਾ ਬਣੋ ਕਿ ਹੋਏਗਾ ਜਾਂ ਨਹੀਂ ਹੋਏਗਾ, ਉਹ ਵਿਸ਼ਵਾਸ ਵਾਲੇ ਬਣੋ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਖੁਸ਼ੀਆਂ ਦੀ ਮੰਜ਼ਿਲ ਜ਼ਰੂਰ, ਮੈਨੂੰ ਕਾਮਯਾਬੀ ਜ਼ਰੂਰ, ਮੈਨੂੰ ਸਫਲਤਾ ਜ਼ਰੂਰ, ਮੇਰੇ ਦੁੱਖਾਂ ਦਾ ਅੰਤ ਜ਼ਰੂਰ। ਤਾਂ ਬਸ ਇਹ ਵਿਸ਼ਵਾਸ ਰੱਖਣਾ ਹੈ, ਕਿਉਂਕਿ ਸੋਚਣ ਵਾਲੇ ਬਹੁਤ ਹੈ, ਕਰਨ ਵਾਲਾ ਕੋਈ ਵਿਰਲਾ ਹੁੰਦਾ ਹੈ। ਔਰ ਅਸੀਂ ਇਹੀ ਚਾਹੁੰਦੇ ਹਾਂ ਕਿ ਜਿੰਨੇ ਵੀ ਮਾਲਕ ਨਾਲ ਜੁੜ ਗਏ ਨਾ, ਉਹ ਸਿਰਫ ਸੋਚਣ ਨਾ, ਉਹ ਕਰਨ ਵਾਲੇ ਬਣ, ਉਸ ਮੰਜ਼ਿਲ ਤੇ ਪਹੁੰਚਣ ਵਾਲੇ ਬਣਨ, ਤਾਂ ਕਿ ਦੁਨੀਆ ਦੇਖੇ ਕਿ ਜਿਹੜਾ ਮਾਲਿਕ ਦਾ ਹੋ ਗਿਆ ਫਿਰ ਉਹ ਥੱਲੇ ਨਹੀਂ, ਉਹ ਤਾਂ ਕਾਮਯਾਬੀ ਦੀ ਬੁਲੰਦੀ ਤੇ ਮਿਲਦਾ ਹੈ। ਸਮਝਦੇ ਹੋ? ਕਿਉਂਕਿ ਨਜ਼ਰ ਆਵੇ ਦੁਨੀਆ ਨੂੰ ਕਿ ਪਹਿਲਾਂ ਜ਼ਮੀਨ ਤੇ ਸੀ, ਪਹਿਲਾਂ ਇੱਥੇ ਦੁੱਖਾਂ 'ਚ ਸੀ, ਉਹ ਜਦੋਂ ਦਾ ਮਾਲਿਕ ਦਾ ਹੋਇਆ ਹੁਣ ਤਾਂ ਥੱਲੇ ਦਾ ਮਿਲਦਾ ਹੀ ਨਹੀਂ ਦੁੱਖਾਂ 'ਚ, ਹੁਣ ਤਾਂ ਇਹ ਮਿਲਦਾ ਹੀ ਆਨੰਦ ਦੀਆਂ ਉਚਾਈਆਂ ਤੇ ਹੈ। ਕਾਮਯਾਬੀ ਦੀਆਂ ਪਹਾੜੀਆਂ ਦੀ ਤਾਂ ਸਿਖਰ ਹੁੰਦੇ ਆ ਨਾ, ਹੁਣ ਤਾਂ ਮਿਲਦਾ ਹੀ ਖੁਸ਼ੀਆਂ ਦੇ ਸਿਖਰ ਤੇ ਹੈ। ਔਰ ਵਾਕਈ ਜੇ ਮਾਲਿਕ ਦੇ ਦਿਲੋਂ ਹੋ ਗਏ, ਸੱਚੇ ਦਿਲੋਂ ਮਾਲਿਕ ਨਾਲ ਜੁੜ ਗਏ, ਤਾਂ ਵਾਅਦਾ ਹੈ ਤੁਹਾਨੂੰ ਸਿਖਰ ਤੇ ਲੈ ਕੇ ਜਾਵਾਂਗੇ ਅਸੀਂ। ਕਿਉਂਕਿ ਨਾ ਆਪ ਅਸੀਂ ਡਰਦੇ ਆ ਤਾਂ ਨਾ ਤੁਹਾਨੂੰ ਕਦੀ ਡਰਨ ਦੇਵਾਂਗੇ, ਨਾ ਆਪ ਅਸੀਂ ਕਿਸੇ ਨੈਗੇਟਿਵਿਟੀ ਦੀ ਪਰਵਾਹ ਕਰਦੇ ਆ, ਕਿਉਂਕਿ ਹੈ ਹੀ ਨਹੀਂ, ਮੰਨਦੇ ਹੀ ਨਹੀਂ ਆ, ਤਾਂ ਨਾ ਤੁਹਾਨੂੰ ਨੈਗੇਟਿਵਿਟੀ ਵਿੱਚ ਜੀਣ ਦੇਵਾਂਗੇ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।